ਹੈ ਨਾ। ਸੋ ਅਸੀਂ ਜੋ ਤੁਸੀਂ ਸਰਟੀਫਿਕੇਟਸ ਵਗੈਰਾ ਦੇਖ ਸਕਦੇ ਹੋ ਸਾਰੇ ਸੋਸ਼ਲ ਕਾਜ਼ਸ ਦੇ ਉੱਤੇ ਹੈਗੇ ਆ। ਅਚੀਵਮੈਂਟ ਜਿਹੜੀਆਂ ਹੈਗੀਆਂ 2018 ਦੇ ਵਿੱਚ ਮੈਂ ਇੱਕ ਲੁਧਿਆਣੇ ਸ਼ਹਿਰ ਦੇ ਵਿੱਚ ਰੈਲੀ ਕੀਤੀ ਔਰ ਪੂਰੇ ਸ਼ਹਿਰ ਨੂੰ ਸੱਦਾ ਦਿੱਤਾ ਕਿ ਮੈਨੂੰ ਇਸ ਮੇਰੀ ਮੁਹਿੰਮ ਦੇ ਨਾਲ ਮੇਰੇ ਨਾਲ ਜੋੜੋ ਨਸ਼ਿਆਂ ਦੇ ਖਿਲਾਫ। ਮੈਨੂੰ ਉਮੀਦ ਨਹੀਂ ਸੀ ਕਿ ਇੰਨੇ ਸਾਰੇ ਸੈਂਕੜੋਂ ਹੀ ਲੋਕ ਉਹਦੇ ਵਿੱਚ ਆ ਜਾਣਗੇ ਔਰ ਉਹਦੇ ਵਿੱਚ ਬਹੁਤ ਸੈਂਕੜੇ ਹੀ ਲੋਕੀ ਆਏ ਔਰ ਜਿਹਦਾ ਰਿਜ਼ਲਟ ਇਹ ਨਿਕਲਿਆ ਕਿ ਸਾਡਾ ਜਿਹੜਾ ਨਾਮ ਸੀਗਾ ਲਿਮਕਾ ਬੁੱਕ ਆਫ ਰਿਕਾਰਡਸ ਦੇ ਵਿੱਚ ਦਰਜ ਹੋ ਗਿਆ। ਫਿਰ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਵੀ ਸਾਨੂੰ ਸਨਮਾਨਿਤ ਕਰ ਦਿੱਤਾ ਗਿਆ ਔਰ ਇਸ ਪ੍ਰਕਾਰ ਵਾਜਰਾ ਬੁੱਕ ਆਫ ਵਰਲਡ ਰਿਕਾਰਡਸ ਹੈ, ਅਸਿਸਟ ਵਰਲਡ ਰਿਕਾਰਡਸ ਹੈ, ਗਲੋਬਲ ਰਿਕਾਰਡਸ ਫਾਊਂਡੇਸ਼ਨ ਇੱਕ ਰਿਕਾਰਡਸ ਹੈਗਾ। ਇੱਦਾਂ ਕਰਕੇ ਬਹੁਤ ਸਾਰੀ ਏਜੰਸੀਜ਼ ਨੇ ਸਾਨੂੰ ਕੀ ਕਹਿੰਦੇ ਸਾਡੇ ਰਿਕਾਰਡ ਨੂੰ ਆਪਣੀ ਬੁੱਕਸ ਦੇ ਵਿੱਚ ਨਸ਼ਾ ਸਾਡੇ ਸਮਾਜ ਨੂੰ ਘੁਣ ਦੀ ਤਰ੍ਹਾਂ ਖਾ ਰਿਹਾ ਹੈ ਤੇ ਸਾਡੀ ਜੜ੍ਹਾਂ ਨੂੰ ਕਮਜ਼ੋਰ ਕਰਦਾ ਜਾ ਰਿਹਾ ਹੈ ਤੇ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਵਿੱਚ ਜਕੜ ਕੇ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਹੀ ਹੈ। ਪਰ ਹਰ ਮੰਜ਼ਿਲ ਅਸਾਂ ਜੇ ਇੱਕ ਜਜ਼ਬਾ ਮਜ਼ਬੂਤ ਹੋਏ। ਇਹ ਕਰ ਦਿਖਾਇਆ ਰਾਜਦੀਪ ਜੀ ਨੇ, ਜਿਨ੍ਹਾਂ ਨੇ ਨਸ਼ੇ ਦੀ ਇਸ ਦਲਦਲ 'ਚੋਂ ਬਾਹਰ ਆ ਕੇ ਦਿਖਾਇਆ ਕਿ ਕੁਝ ਵੀ ਪੋਸੀਬਲ ਹੈ। ਇਹ ਪੂਰਾ ਸਫ਼ਰ ਉਹਨਾਂ ਦਾ ਕਿਵੇਂ ਰਿਹਾ ਤੇ ਹੁਣ ਉਹ ਸਭ ਨੂੰ ਮੋਟੀਵੇਟ ਕਿਵੇਂ ਕਰ ਰਹੇ ਨੇ, ਇਹ ਜਾਣਦੇ ਹਾਂ ਰਾਜਦੀਪ ਜੀ ਦੀ ਸਟੋਰੀ ਤੋਂ। ਸਰ, ਤੁਸੀਂ ਇਸ ਗੁੰਮਨਾਮੀ ਦੀ ਜ਼ਿੰਦਗੀ 'ਚੋਂ ਬਾਹਰ ਆਏ, ਪੂਰੀ ਸਟੋਰੀ ਦੱਸੋ। ਫਸਟ ਆਫ ਆਲ ਮੈਂ ਸਭ ਤੋਂ ਪਹਿਲਾਂ ਪੰਜਾਬ AMPM ਚੈਨਲ ਦਾ ਧੰਨਵਾਦ ਕਰਨਾ ਚਾਹੁੰਦਾ। ਸੋ ਮੈਂ ਤੁਹਾਡੇ ਨਾਲ ਆਪਣੀ ਜ਼ਿੰਦਗੀ ਦੀ ਕਹਾਣੀ ਨੂੰ ਸ਼ੇਅਰ ਕਰਨਾ ਚਾਹੁੰਦਾ। ਕਹਿੰਦੇ ਉਹ ਜਵਾਨੀ ਕਿਆ ਜਿਸकी ਕੋਈ ਕਹਾਣੀ ਨਾ ਹੋ। ਸੋ ਮੇਰੀ ਜ਼ਿੰਦਗੀ ਦੀ ਕਹਾਣੀ ਇਸ ਪ੍ਰਕਾਰ ਚੱਲਦੀ ਹੈ। ਜਦ ਮੈਂ ਸਕੂਲ ਦੇ ਵਿੱਚ ਪੜ੍ਹਦਾ ਸੀਗਾ, ਸੋ ਜੋ ਐਗਜ਼ਾਮ ਦਾ ਸਟ੍ਰੈਸ ਹੁੰਦਾ ਹਰ ਇੱਕ ਬੱਚੇ ਨੂੰ ਫੇਸ ਕਰਨਾ ਪੈਂਦਾ ਹੈਗਾ ਅਤੇ ਔਰ ਹਰ ਇੱਕ ਬੱਚੇ ਦੇ ਜੀਵਨ ਦੇ ਵਿੱਚ ਹੁੰਦਾ ਕਿ ਮੈਂ ਐਗਜ਼ਾਮਸ ਦੇ ਵਿੱਚ ਕੀ ਕਹਿੰਦੇ ਅੱਛੇ ਨੰਬਰ ਲੈ ਕੇ ਆਉਣੇ ਆ ਨਾ, ਆਈ ਹੈਵ ਟੂ ਪ੍ਰੂਵ ਮਾਈ ਸੈਲਫ। ਸੋ ਮੇਰੇ ਅੰਦਰ ਵੀ ਇਹੀ ਸੀਗਾ ਔਰ ਮੇਰੇ ਨਾਲ ਮੇਰੇ ਜਿਹੜੇ ਕੁਛ ਦੋਸਤ ਸੀਗੇ ਦੇ ਵਰ ਨੋਟੋਰੀਅਸ ਐਕਚੁਅਲੀ। ਮੈਂ ਉਹਨਾਂ ਨੂੰ ਜੱਜ ਨਹੀਂ ਕੀਤਾ। ਸੋ ਉਹਨਾਂ ਨੇ ਮੇਰੇ ਨਾਲ ਇੱਕ ਵਾਰੀ ਇੱਕ ਦਿਨ ਦੀ ਗੱਲ ਹੈ, ਉਹ ਕਹਿੰਦਾ ਕਿ ਰਾਜਦੀਪ ਤੂੰ ਐਵੇਂ ਹੀ ਡਰੀ ਆ ਨਾ, ਇਹ ਆਪਣੇ ਕੋਲ ਇਹਦਾ ਇਲਾਜ ਹੈਗਾ। ਇੱਕ ਦਵਾਈ ਆਉਂਦੀ ਹੈ, ਜਦੋਂ ਉਹਨੂੰ ਆਪਾਂ ਦਵਾਈ ਨੂੰ ਪੀਂਦੇ ਹਾਂ ਨਾ ਅਤੇ ਜੋ ਵੀ ਆਪਾਂ ਪੜ੍ਹਦੇ ਹਾਂ ਉਹ ਕਹਿੰਦਾ ਤਾਂ ਆਪਣੇ ਦਿਮਾਗ ਦੀ ਹਾਰਡ ਡਿਸਕ ਦੇ ਵਿੱਚ ਸੇਵ ਹੋ ਜਾਂਦਾ ਸਭ ਕੁਛ। ਮੈਂ ਕਿਹਾ ਅੱਛਾ, ਅਤੇ ਕਹਿੰਦਾ ਤੂੰ ਵੀ ਇੱਕ ਵਾਰੀ ਟਰਾਈ ਕਰ। ਮੈਂ ਹੈਜ਼ੀਟੇਟ ਕੀਤਾ, ਮੈਂ ਕਿਹਾ ਨਹੀਂ ਮੈਂ ਨਹੀਂ ਆ ਕਰਨਾ ਚਾਹੁੰਦਾ ਨਾ। ਬਟ ਉਹਨਾਂ ਨੇ ਕਿਹਾ ਨਹੀਂ, ਬੜਾ ਕੌਨਫੀਡੈਂਸ ਦੇ ਨਾਲ ਉਹਨਾਂ ਨੇ ਮੈਨੂੰ ਨਾ ਆਪਣੇ ਕੌਨਫੀਡੈਂਸ ਦੇ ਵਿੱਚ ਲੈ ਕੇ ਮੈਨੂੰ ਮਜਬੂਰ ਕਰ ਦਿੱਤਾ ਕਿ ਨਹੀਂ ਲਿਆ। ਕਿਉਂਕਿ ਮੈਂ ਦੇਖਿਆ ਹੈ ਕਿ ਕਈ ਵਾਰੀ ਇੱਦਾਂ ਹੁੰਦਾ ਕਿ ਜਿਹੜਾ ਬੰਦਾ ਖੁਦ ਡਿੱਗਿਆ ਹੁੰਦਾ ਨਾ, ਉਹ ਚਾਹੁੰਦਾ ਕਿ ਦੂਸਰਾ ਵੀ ਡਿੱਗੇ ਇਸ ਦੇ ਵਿੱਚ ਆ ਜਾਏ। ਅਤੇ ਮੈਂ ਉਹਨਾਂ ਦੇ ਪ੍ਰਲੋਭਨ ਦੇ ਵਿੱਚ ਆ ਗਿਆ, ਉਹਨਾਂ ਦੀ ਗੱਲਾਂ ਦੇ ਵਿੱਚ ਆ ਗਿਆ ਅਤੇ ਮੈਂ ਉਹ ਨਸ਼ੇ ਦੀ ਦਵਾਈ ਨੂੰ ਜਿਹੜੀ ਸੀਗੀ ਐਕਚੁਅਲੀ ਇਹ ਦਵਾਈ ਨਸ਼ੇ ਦੀ ਜਿਹੜੀ ਸੀਗੀ ਮੈਂ ਲੈ ਲਿਆ। ਫਿਰ ਮੈਂ ਹੌਲੀ ਹੌਲੀ ਉਸ ਚੀਜ਼ ਦਾ ਐਡਿਕਟ ਹੋ ਗਿਆ ਐਕਚੁਅਲੀ, ਹੈ ਨਾ। ਤੋ ਕਿੰਨੇ ਸਾਲ ਰਹੇ ਤੁਸੀਂ ਐਡਿਕਸ਼ਨ 'ਚ ਫਿਰ? ਮੈਂ ਤਕਰੀਬਨ 6-7 ਸਾਲ ਇਸ ਐਡਿਕਸ਼ਨ ਦੇ ਵਿੱਚ ਰਿਹਾ ਔਰ ਇਹ ਜਿਹੜਾ ਟਾਈਮ ਸੀਗਾ ਮੇਰੀ ਜ਼ਿੰਦਗੀ ਦਾ, ਜਿਹਨੂੰ ਕਹਿ ਦੇਵਾਂਗੇ ਜ਼ਿੰਦਗੀ ਦਾ ਗੋਲਡਨ ਟਾਈਮ ਸੀਗਾ, ਜਿਹਨੂੰ ਮੈਂ ਉਸ ਵੇਲੇ ਖਰਾਬ ਕਰ ਲਿਆ ਆਪਣੀ ਜ਼ਿੰਦਗੀ ਦਾ। ਅਤੇ ਜੇ ਉਸ ਟਾਈਮ ਦੀ ਗੱਲ ਕਰੀਏ ਤਾਂ ਪੇਰੈਂਟਸ ਦੀ ਕੀ ਸਿਚੁਏਸ਼ਨ ਸੀ, ਕਿਉਂਕਿ ਬਹੁਤ ਹੀ ਮੈਂਟਲ ਇੱਕ ਸਥਿਤੀ ਤੋਂ ਨਿਕਲ ਰਹੇ ਹੋਣਗੇ। ਪੇਰੈਂਟਸ ਦਾ ਇੱਦਾਂ ਸੀਗਾ ਕਿ ਪੇਰੈਂਟਸ ਤਾਂ ਸੋਚਦੇ ਸੀਗੇ ਕਿ ਸਾਡਾ ਬੱਚਾ ਦਾ ਕੀ ਕਹਿੰਦੇ ਬੜਾ ਹੁਸ਼ਿਆਰ ਬੱਚਾ ਹੈਗਾ, ਕਾਲਜ ਜਾ ਰਿਹਾ, ਸਕੂਲ ਜਾ ਰਿਹਾ, ਹੈ ਨਾ, ਟਿਊਸ਼ਨ ਸੈਂਟਰ ਜਾ ਰਿਹਾ, ਪੜ੍ਹਾਈ ਅੱਛੀ ਕਰ ਰਿਹਾ। ਔਰ ਮੈਂ ਆਪਣੇ ਆਪ ਨੂੰ ਵੀ ਘਰ ਦੇ ਵਿੱਚ ਇੱਦਾਂ ਹੀ ਸ਼ੋਅ ਕੀਤਾ ਹੋਇਆ ਸੀਗਾ ਕਿ ਮੈਂ ਜਾ ਰਿਹਾ। ਪਰੰਤੂ ਜਿਹੜੇ ਨਸ਼ੇ ਹੈਗੇ ਉਹ ਦੇ ਆਰ ਵੈਰੀ ਐਕਸਪੈਂਸਿਵ ਔਰ ਇਹ ਜ਼ਿੰਦਗੀ ਦੇ ਵਿੱਚ ਵੀ ਬਹੁਤ ਕਹਿੰਦੇ ਆ ਮਹਿੰਗੇ ਉਤਰਦੇ ਆ, ਐਕਚੁਅਲੀ ਬਰਬਾਦ ਕਰ ਦਿੰਦੇ ਆ ਨਾ। ਤੋ ਸਟੋਰੀ ਇਸ ਪ੍ਰਕਾਰ ਹੈ ਕਿ ਪੋਕਟ ਮਨੀ ਵਾਸ ਨਾਟ ਸਫੀਸ਼ੀਐਂਟ ਟੂ ਬਾਏ ਡਰੱਗਸ, ਹੈ ਨਾ। ਪੋਕਟ ਮਨੀ ਨਹੀਂ ਹੁੰਦੀ ਸੀ ਤਾਂ ਫਿਰ ਕਿੱਦਾਂ ਕੀਤਾ ਜਾਵੇ, ਨਸ਼ੇ ਕਿੱਦਾਂ ਖਰੀਦੇ ਜਾਣ, ਪੋਕਟ ਮਨੀ ਨਹੀਂ ਮਿਲਦੀ ਸੀ। ਸੋ ਕਾਲਜ ਜਾਣਾ ਬੰਦ ਕਰ ਦਿੱਤਾ ਔਰ ਕੋਚਿੰਗ ਸੈਂਟਰ ਜਾਣਾ ਬੰਦ ਕਰ ਦਿੱਤਾ। ਅਤੇ ਉਸ ਤੋਂ ਇਲਾਵਾ ਵੀ ਦੈਟ ਮਨੀ ਵਾਜ਼ ਨਾਟ ਸਫੀਸ਼ੀਐਂਟ। ਫਿਰ ਕੀ ਸੀ ਬਿਕੋਜ਼ ਅੱਛੇ ਘਰ ਤੋਂ ਬਿਲੋਂਗ ਕਰਦੇ ਆ, ਲੋਕ ਸਾਰੇ ਜਾਣਦੇ ਆ, ਤਾਂ ਨਵਾਂ ਫੰਡਾ ਸੀਗਾ, ਲੋਕਾਂ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ, ਲੋਕ ਦੇ ਦਿੰਦੇ ਸੀਗੇ। ਸੋ
ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਨਸ਼ੇ ਹੈਗੇ ਇੱਕ ਇਨਸਾਨ ਨੂੰ ਸਿਰਫ ਨਸ਼ਿਆਂ ਦੇ ਵਿੱਚ ਹੀ ਖਤਮ ਨਹੀਂ ਕਰ ਦਿੰਦੇ, ਇਹ ਭਿਖਾਰੀ ਬਣਾ ਦਿੰਦੇ ਆ ਐਕਚੁਅਲੀ ਦੇ ਵਿੱਚ। ਲੋਕਾਂ ਨੇ ਅਵੋਇਡ ਵੀ ਕਰਨਾ ਸ਼ੁਰੂ ਕੀਤਾ। ਲੋਕਾਂ ਨੇ ਨਹੀਂ, ਲੋਕਾਂ ਨੇ ਅਵੋਇਡ ਨਹੀਂ ਕੀਤਾ ਕਿਉਂਕਿ ਮੈਂ ਲੋਕਾਂ ਨੂੰ ਆਈ ਵਾਸ ਵੈਰੀ ਕਲੈਵਰ ਤੇ ਮੈਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦਾ ਸੀਗਾ ਕਿ ਮੈਂ ਨਸ਼ੇ ਕਰਦਾ। ਈਵਨ ਮੇਰੇ ਘਰਦਿਆਂ ਨੂੰ ਨਹੀਂ ਪਤਾ ਲੱਗਾ। ਸ਼ੱਕ ਸੀਗਾ ਮੇਰੀ ਮਦਰ ਨੂੰ, ਹੈ ਨਾ, ਉਹ ਕਹਿੰਦੇ ਮੈਨੂੰ ਲੱਗਦਾ ਤੂੰ ਕੁਛ ਗਲਤ ਸਬਸਟੈਂਸ ਲੈਣਾ। ਤੇ ਬਟ ਮੈਂ ਕਹਿੰਦੇ ਨਾ ਪੰਜਾਬੀ ਦੇ ਵਿੱਚ ਕਹਿੰਦੇ ਮੈਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਸੀਗਾ। ਮੈਂ ਉੱਪਰੋਂ ਉਹਨਾਂ ਦੇ ਉੱਤੇ ਸਿਰ ਤੇ ਲੱਤ ਰੱਖ ਲੈਣੀ, ਤੁਸੀਂ ਮੇਰੇ ਤੇ ਇਲਜ਼ਾਮ ਕਿੱਦਾਂ ਲਗਾਇਆ ਨਾ। ਲਾਈਕ ਬੱਚਿਆਂ ਦੀ ਹਰ ਇੱਕ ਕੋਈ ਕਨਵਿੰਸਿੰਗ ਪਾਵਰ ਹੁੰਦੀ ਹੈ। ਤੁਹਾਡੀ ਪਰਫਾਰਮੈਂਸ ਫਿਰ ਉਸ ਦੌਰਾਨ ਥੋੜੀ ਘਟੀ ਹੋਣੀ ਹੈ, ਤਾਂ ਫਿਰ ਕੁਝ ਕੰਪਲੇਂਟਸ ਜਾਂ ਕੁਛ ਅਜਿਹੀਆਂ ਆਈਆਂ? ਨਹੀਂ, ਕੋਈ ਕੰਪਲੇਂਟਸ ਘਰੇ ਨਹੀਂ ਆਈਆਂ, ਕਿਉਂਕਿ ਮੈਨੂੰ ਆਪਣੇ ਘਰਦਿਆਂ ਦੀ ਇੱਜ਼ਤ ਦਾ ਬਹੁਤ ਫਿਕਰ ਸੀਗਾ, ਹੈ ਨਾ। ਬਟ ਮੈਂ ਇੱਕ ਆਪਣੇ ਆਪ ਨੂੰ ਆਈਸੋਲੇਟ ਕਰ ਦਿੱਤਾ ਸੀਗਾ ਜਦ ਮੈਂ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ, ਤਾਂ ਕਿ ਲੋਕਾਂ ਨੂੰ ਪਤਾ ਨਾ ਲੱਗ ਜਾਵੇ। ਮੈਂ ਆਈਸੋਲੇਟ ਕਰਤਾ, ਮੈਂ ਲੋਕਾਂ ਨਾਲ ਮਿਲਣਾ ਬੰਦ ਕਰ ਦਿੱਤਾ, ਇਸ ਲਈ ਲੋਕਾਂ ਨੂੰ ਸ਼ੱਕ ਵੀ ਨਹੀਂ ਹੋ ਸਕਦਾ ਮੇਰੇ ਉੱਤੇ ਕਿ ਮੈਂ ਨਸ਼ੇ ਕਰਦਾ। ਮੈਂ ਆਪਣੇ ਆਪ ਨੂੰ ਇਕੱਲਾ ਰੱਖਣਾ ਸ਼ੁਰੂ ਕਰ ਦਿੱਤਾ, ਰਿਸ਼ਤੇਦਾਰਾਂ ਨਾਲ, ਦੋਸਤਾਂ ਦੇ ਨਾਲ, ਨਾ, ਜਿਹੜੇ ਸੀਗੇ ਮੇਰੇ ਨਹੀਂ ਨਸ਼ੇ ਕਰਦੇ ਸੀਗੇ, ਜਾਂ ਹੋਰ ਫੈਮਿਲੀ ਫਰੈਂਡ ਸਰਕਲਸ ਦੇ ਵਿੱਚ ਜਾਣਾ ਆਉਣਾ ਬੰਦ ਕਰ ਦਿੱਤਾ, ਇਸ ਲਈ ਕਿਸੇ ਨੂੰ ਸ਼ੱਕ ਨਹੀਂ ਹੁੰਦਾ ਸੀ। ਮੈਂ ਆਪਣੀ ਦੁਨੀਆ ਦੇ ਵਿੱਚ ਰਹਿੰਦਾ ਸੀਗਾ। ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਫਾਦਰ ਡਿਫੈਂਸ ਵਿੱਚ ਸੀਗੇ, ਤਾਂ ਫਿਰ ਉਹ ਡਿਫੈਂਸ ਵਾਲੇ ਤਾਂ ਤੁਹਾਡੇ ਬੜੇ ਸਟ੍ਰਿਕਟ ਮਾਹੌਲ ਹੁੰਦਾ ਹੈ ਘਰ ਦਾ, ਤੇ ਫਿਰ ਕਿਵੇਂ ਤੁਸੀਂ ਪੂਰਾ ਇਹ ਮਾਹੌਲ ਨੂੰ ਕੀਤਾ? ਯੈਸ, ਮਾਈ ਡੈਡ ਵਾਜ਼ ਡਿਫੈਂਸ ਕਮਿਊਨੀਕੇਸ਼ਨ ਦੇ ਵਿੱਚ ਸੀਗੇ। ਤੋ ਬਟ ਉਹ ਜਿਹੜਾ ਡਿਫੈਂਸ ਜਦ ਵਰਡ ਯੂਜ਼ ਹੁੰਦਾ ਕਿ ਉਹਦੇ ਨਾਲ ਸਟ੍ਰਿਕਨੈਸ ਹੋ ਜਾਂਦੀ, ਬਟ ਮੇਰੇ ਡੈਡ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਸੀਗੇ। ਹੀ ਵਾਜ਼ ਅ ਵੈਰੀ ਲਵਿੰਗ। ਸੋ ਇਸ ਲਈ ਉਹਨਾਂ ਨੇ ਕਈ ਵਾਰੀ ਇੱਦਾਂ ਹੁੰਦਾ, ਮੈਨੂੰ ਇਸ ਗੱਲ ਦੇ ਵਿੱਚ ਕਹਿਣ ਦੇ ਵਿੱਚ ਸ਼ਰਮ ਨਹੀਂ ਹੈ ਕਿ ਕਈ ਵਾਰੀ ਬਹੁਤ ਜ਼ਿਆਦਾ ਲਾਡ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ ਹੈ ਨਾ। ਅਤੇ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ। ਮੈਂ ਨਹੀਂ ਕਹਿ ਰਿਹਾ ਉਹਨਾਂ ਨੇ ਵਿਗਾੜਿਆ ਮੈਨੂੰ, ਬਟ ਉਹਨਾਂ ਨੇ ਮੇਰੇ 'ਤੇ ਕਦੀ ਸਟ੍ਰਿਕਨੈਸ ਨਹੀਂ ਇਸ ਪ੍ਰਕਾਰ ਦੀ ਕੀਤੀ ਹੈ ਉਹਨਾਂ ਨੇ। ਤਾਂ ਤੁਸੀਂ ਜਿਵੇਂ ਕਿਹਾ ਕਿ 5-6 ਸਾਲ ਤੁਸੀਂ ਇਸ ਦਲਦਲ ਵਿੱਚ ਰਹੇ, ਤਾਂ ਉਸ ਦੌਰਾਨ ਤੁਹਾਡੀ ਆਪਣੀ ਮੈਂਟਲ ਸਥਿਤੀ ਕਿਵੇਂ ਸੀ? ਜਦ ਤੱਕ ਤਾਂ ਨਸ਼ੇ ਕਰਦੇ ਸੀ ਕਿ ਆਈ ਵਾਜ਼ ਅ ਵੈਰੀ ਨਾਰਮਲ ਗਾਏ, ਹੈ ਨਾ, ਮੈਂ ਬਹੁਤ ਹੁੰਦਾ ਸੀ। ਬਟ ਜਦ ਨਸ਼ਾ ਨਹੀਂ ਮਿਲਦਾ ਸੀਗਾ, ਪੈਸੇ ਖਤਮ ਹੋ ਜਾਂਦੇ ਸੀ, ਫਿਰ ਅਸਲੀ ਦਾਨਵ ਵਾਲਾ ਰੂਪ ਬਾਹਰ ਆ ਜਾਂਦਾ ਸੀਗਾ। ਅਤੇ ਫਿਰ ਕੀ ਕਰਨਾ, ਝੂਠ ਬੋਲਣਾ। ਉਹ ਫਿਰ ਸਾਰਾ ਗੁੱਸਾ ਪੇਰੈਂਟਸ ਤੇ ਜਾਂ ਸਿਬਲਿੰਗਸ ਮਦਰ ਦੇ ਨਾਲ ਮੇਰੀ ਲੜਾਈ ਹੁੰਦੀ ਸੀਗੀ, ਕਿਉਂਕਿ ਪੈਸੇ ਤਾਂ ਮੰਮੀ ਤੋਂ ਲੈਣੇ ਆ ਨਾ। ਅਤੇ ਮੰਮੀ ਨੂੰ ਕਹਿਣਾ ਆਹ ਹੋ ਗਿਆ, ਉਹ ਹੋ ਗਿਆ, ਉਸ ਪ੍ਰੋਜੈਕਟ ਲਈ ਦੇ ਦਿਓ, ਅਤੇ ਮੰਮੀ ਨੇ ਕਹਿਣਾ ਕਿ ਰੋਜ਼ ਹੀ ਪ੍ਰੋਜੈਕਟ ਤੇਰੇ ਰੋਜ਼ ਹੀ ਇਸ ਲਈ ਹੈ ਨਾ। ਅਤੇ ਫਿਰ ਲੜਾਈ ਹੋਣੀ। ਫਿਰ ਮਾਵਾਂ ਵੀ ਅਵੋਇਡ ਕਰਦੀਆਂ ਕਿ ਲੜਾਈ ਕਾਹਨੂੰ ਕਰਨੀ ਹੈ ਨਾ, ਅਤੇ ਦੇ ਦਿੰਦੇ ਸੀਗੇ। ਮੈਂ ਜਾਂ ਸੌਫਟ ਕਾਰਨਰ ਹੁੰਦਾ ਮਦਰਸ ਦੇ ਲਈ ਬੱਚਿਆਂ ਦੇ ਪ੍ਰਤੀ। ਤੋਂ ਫਿਰ ਮਦਰ ਮੈਨੂੰ ਪੈਸੇ ਦੇ ਦਿੰਦੀ ਹੁੰਦੀ ਸੀ, ਬਟ ਉਹਨਾਂ ਨੂੰ ਨਹੀਂ ਪਤਾ ਸੀ ਮੈਂ ਇਹਨਾਂ ਪੈਸਿਆਂ ਨੂੰ, ਉਹ ਤਾਂ ਸੋਚਦੇ ਸੀ ਇਹ ਕੋਚਿੰਗ ਸੈਂਟਰ ਜਾਂਦਾ ਹੈ, ਇਹ ਕਾਲਜ ਜਾਂਦਾ ਹੈ। ਜਦੋਂ ਨਸ਼ਾ ਤੁਸੀਂ ਕਰਨ ਲੱਗੇ ਤਾਂ ਉਦੋਂ ਪਰਫਾਰਮੈਂਸ ਵੀ ਥੋੜੀ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਹੈ, ਤਾਂ ਫਿਰ ਕੁਝ ਉਹਦਾ ਉਦੋਂ ਕੀ ਇਫੈਕਟ ਪਿਆ ਤੁਹਾਡੀ ਲਾਈਫ 'ਚ? ਪਰਫਾਰਮੈਂਸ ਇਨ ਦਾ ਬੋਡੀ ਦੇ ਵਿੱਚ ਅਗਰ ਆਪਾਂ ਸਰੀਰਕ ਰੂਪ ਦੇ ਉੱਤੇ ਗੱਲ ਕਰੀਏ, ਜ਼ਰੂਰ ਹਾਂ ਵੀ ਜਦ ਤੱਕ ਅਸੀਂ ਲੈ ਕੇ ਰੱਖਦੇ ਸੀ ਤਾਂ ਅਸੀਂ ਇੱਕਦਮ ਕਹਿੰਦੇ ਆ ਪੰਜਾਬੀ ਵਾਂਗੂ ਘੋੜੇ ਵਾਂਗੂ ਰਹੀਦਾ ਸੀਗਾ। ਪਰੰਤੂ ਜਦ ਅਸੀਂ ਸਵੇਰੇ ਉੱਠਣਾ ਤੇ ਅਸੀਂ ਬਿਲਕੁਲ ਇੱਕਦਮ ਹੀ ਲਥਾਰਜਿਕ ਹੋ ਜਾਣਾ, ਕੋਈ ਸਰੀਰ ਦੇ ਵਿੱਚ ਜਾਨ ਨਹੀਂ ਹੋਣੀ। ਫਿਰ ਉਹ ਪੰਜਾਬੀ ਦੇ ਵਿੱਚ ਸ਼ਬਦ ਆਪਾਂ ਕਹਿੰਦੇ ਤੋੜ ਲੱਗ ਜਾਣੀ, ਨਸ਼ੇ ਦੀ ਤੋੜ ਲੱਗ ਜਾਣੀ। ਅਤੇ ਫਿਰ ਉਹ ਤੋੜ ਨੂੰ ਕੀ ਕਹਿੰਦੇ, ਉਹਨੂੰ ਸਾਨੂੰ ਸੈਟਿਸਫਾਈ ਕਰਨਾ ਹੈ ਨਾ। ਨਸ਼ੇ ਜਦ ਤੱਕ ਨਾ ਮਿਲਦੇ ਤਦ ਤੱਕ ਅਸੀਂ ਕੀ ਕਹਿੰਦੇ ਕਮਲੇ ਹੀ ਬਣੇ ਰਹਿਣਾ। ਜਾਂ ਸੋ ਸੁਭਾਅ ਦੇ ਵਿੱਚ ਪਰਫਾਰਮੈਂਸ ਦੇ ਵਿੱਚ ਕਵਾਂਗੇ ਚਿੜਚਿੜਾ ਸੁਭਾਅ, ਲੜਾਈ ਵਾਲਾ ਸੁਭਾਅ, ਛੋਟੀ ਛੋਟੀ ਗੱਲਾਂ ਦੇ ਉੱਤੇ ਲੜਾਈ ਹੋ ਜਾਣੀ। ਅਕੈਡਮਿਕ ਸਟੱਡੀਜ਼ ਮੈਡਮ ਮੈਂ ਕਾਲਜ ਹੀ ਨਹੀਂ ਜਾਂਦਾ ਸੀਗਾ। ਆਈ ਵਾਜ਼ ਨਾਟ ਗੋਇੰਗ ਇਨ ਕਾਲਜ ਜਾਂਦਾ ਹੀ ਨਹੀਂ ਸੀਗਾ। ਘਰ ਹੈ ਨਾ ਕੀ ਕਹਿੰਦੇ ਕਾਲਜ ਵੜੇ ਹੀ ਨਹੀਂ ਕਿਉਂਕਿ ਉਸ ਤੋਂ ਪਹਿਲੇ ਮੈਂ ਨਸ਼ਿਆਂ ਦੇ ਵਿੱਚ ਲੱਗ ਗਿਆ ਸੀ। ਐਡਮਿਸ਼ਨ ਕਾਲਜ ਦੀ ਵੀ ਮਿਲੀ, ਉਹ ਵੀ ਮੈਂ ਖਾ ਗਿਆ ਨਸ਼ਿਆਂ ਦੇ ਵਿੱਚ। ਜਦੋਂ ਪੇਰੈਂਟਸ ਨੂੰ ਤਾਂ 1-2 ਸਾਲ ਬਾਅਦ ਪਤਾ ਲੱਗਿਆ ਹੋਣਾ ਕਿ ਇਹ ਕੁਝ ਗੜਬੜ ਹੈ, ਤਾਂ ਫਿਰ ਉਹਨਾਂ ਨੇ ਕੁਝ ਤੁਹਾਡੇ ਲਈ ਕੋਈ ਟ੍ਰੀਟਮੈਂਟ ਕਰਵਾਉਣ ਦੀ ਕੋਸ਼ਿਸ਼ ਕੀਤੀ? ਮੈਡਮ ਜਿਸ ਪ੍ਰਕਾਰ ਮੈਂ ਪਹਿਲਾਂ ਵੀ ਕਿਹਾ ਕਿ ਮੈਂ ਘਰ ਪਤਾ ਨਹੀਂ ਲੱਗਣ ਦਿੱਤਾ। ਪਰ 5 ਸਾਲ ਬਿਲਕੁਲ ਪਤਾ ਨਹੀਂ? ਬਿਲਕੁਲ ਨਹੀਂ ਮੈਂ ਪਤਾ ਲੱਗਣ ਦਿੱਤਾ ਘਰਦਿਆਂ ਨੂੰ ਕਿ ਮੈਂ ਨਸ਼ੇ ਕਰਦਾ ਹਾਂ, ਹੈ ਨਾ। ਕਿ ਉਹਨਾਂ ਨੂੰ ਕਦੇ ਵੀ ਸ਼ੱਕ ਨਹੀਂ, ਮਦਰ ਨੂੰ ਸ਼ੱਕ ਸੀਗਾ ਕਿ ਇਹ ਕੁਛ ਗੜਬੜ ਲੱਗਦੀ ਹੈ ਨਾ। ਕਿਉਂਕਿ ਇੱਕ ਵਾਰੀ ਮੈਂ ਡਰਿੰਕ ਕਰਕੇ ਆ ਗਿਆ ਤਾਂ ਉਹਨਾਂ ਨੂੰ ਉਸ ਚੀਜ਼ ਦੀ ਖੁਸ਼ਬੂ ਆ ਗਈ। ਫਿਰ ਮੈਂ ਕਿਹਾ ਆਹ ਤਾਂ ਮਾੜੀ ਚੀਜ਼ ਹੈਗੀ ਹੈ, ਇਹ ਇੰਨਾ ਪਤਾ ਲੱਗ ਜਾਂਦਾ ਹੈਗਾ। ਅਤੇ ਉਸ ਤੋਂ ਪਹਿਲਾਂ ਵੀ ਲੜਦੇ ਫਿਰ, ਬਟ ਉਸ ਚੀਜ਼ ਨੂੰ ਪਤਾ ਨਾ ਲੱਗੇ। ਡਰੱਗਸ ਦੇ ਵਿੱਚ ਹੀ ਰਿਹਾ ਕਿ ਇਹਨਾਂ ਦਾ ਕੁਝ ਕਿਸੇ ਨੂੰ ਪਤਾ ਨਹੀਂ ਲੱਗਦਾ। ਨਸ਼ਾ ਹਮੇਸ਼ਾ ਰਹਿੰਦਾ ਹੈਗਾ, ਜ਼ਰੂਰ ਮਹਿੰਗਾ ਹੁੰਦਾ ਸੀਗਾ ਹੈ ਨਾ।
ਸੋ ਇਸ ਪ੍ਰਕਾਰ ਕੀ ਕਹਿੰਦੇ ਫਿਰ ਜ਼ਿੰਦਗੀ ਜਿਹੜੀ ਡਾਊਨਫਾਲ ਦੇ ਵਿੱਚ ਜਾਣੀ ਸ਼ੁਰੂ ਹੋ ਗਈ। ਤੇ ਕਿਸ ਤਰ੍ਹਾਂ ਦੇ ਤੁਸੀਂ ਨਸ਼ੇ ਕਰਦੇ ਸੀ? ਮੈਡਮ ਜਿਸ ਸਮੇਂ ਦੀ ਮੈਂ ਗੱਲ ਕਰਦਾ ਉਸ ਵੇਲੇ ਚਿੱਟਾ ਨਹੀਂ ਹੁੰਦਾ ਸੀਗਾ। ਉਸ ਵੇਲੇ ਹੁੰਦੀ ਸੀਗੀ ਭੁੱਖੀ ਹੁੰਦੀ ਸੀਗੀ, ਮੈਡੀਕਲ ਨਸ਼ੇ ਸੀਗੇ। ਮੈਂ ਮੈਡੀਕਲ ਨਸ਼ੇ ਤੋਂ ਇਹਦੇ ਵਿੱਚ ਲੱਗਿਆ। ਕੈਪਸੂਲਸ ਹੁੰਦੇ ਸੀਗੇ, ਪੀਣ ਵਾਲੀਆਂ ਦਵਾਈਆਂ ਹੁੰਦੀਆਂ ਸੀਗੀਆਂ, ਹੈ ਨਾ, ਗੋਲੀਆਂ ਹੁੰਦੀਆਂ ਸੀਗੀਆਂ, ਅਫੀਮ ਹੁੰਦੀ ਸੀਗੀ, ਡੋਡੇ ਹੁੰਦੇ ਸੀਗੇ। ਲਾਈਕ ਇਸ ਪ੍ਰਕਾਰ ਦਾ ਉਸ ਵੇਲੇ ਨਸ਼ਾ ਹੁੰਦਾ ਸੀਗਾ। ਬਟ ਮੈਂ ਮੈਡੀਕਲ ਨਸ਼ੇ ਦੇ ਵਿੱਚ ਸੀਗਾ, ਮੈਂ ਮੈਡੀਕਲ ਨਸ਼ਾ ਕਰਦਾ ਸੀ। ਬਟ ਜਦ ਤੱਕ ਕਹਿੰਦੇ ਨਾ, ਜਦ ਕੋਈ ਲੱਗਦਾ ਤਾਂ ਥੋੜ੍ਹਾ ਜਿਹਾ ਸ਼ਰਾਬ ਪੀਂਦਾ ਤਾਂ ਉਹ ਹਿੱਲ ਜਾਂਦਾ ਹੈ ਬੰਦਾ, ਤੇ ਬਟ ਉਹ ਹੌਲੀ ਹੌਲੀ ਫਿਰ ਕੈਪੈਸਿਟੀ ਵੱਧਦੀ ਰਹਿੰਦੀ ਹੈ। ਕਿਵੇਂ ਟਰਨਿੰਗ ਪੁਆਇੰਟ ਆਇਆ ਤੁਹਾਡੀ ਲਾਈਫ 'ਚ? ਟਰਨਿੰਗ ਪੁਆਇੰਟ ਇਸ ਪ੍ਰਕਾਰ ਆਇਆ ਕਿ ਜਿਸ ਪ੍ਰਕਾਰ ਮੈਂ ਦੱਸ ਰਿਹਾ ਕਿ ਜਦ ਅਸੀਂ ਇੱਕ ਨਸ਼ੇ ਨੂੰ ਕਰਦੇ ਹਾਂ, ਉਹ ਨਸ਼ਾ ਸਾਡੀ ਬਾਡੀ ਦੇ ਵਿੱਚ ਨਸ਼ਾ ਕਰਨਾ ਬੰਦ ਕਰ ਦਿੰਦਾ, ਅਤੇ ਸਾਨੂੰ ਫਿਰ ਹਾਇਰ ਡੋਜ਼ ਲੈਣ ਦੀ ਹੁੰਦੀ ਹੈ ਜਾਂ ਨਸ਼ਾ ਬਦਲਣ ਦੀ ਜ਼ਰੂਰਤ ਪੈਂਦੀ ਹੈ। ਜਦ ਮੈਂ ਸਟਾਰਟ ਕੀਤਾ ਸੀਗਾ ਮੈਡੀਕਲ ਨਸ਼ਿਆਂ ਦੇ ਵਿੱਚੋਂ ਅਸੀਂ ਸਟਾਰਟ ਕੀਤਾ ਸੀਗਾ, ਸੋ ਉਸ ਵੇਲੇ ਜਦ ਟਰਨਿੰਗ ਪੁਆਇੰਟ ਦਾ ਵੇਲੇ ਤਦ ਸੀਗਾ 2003 ਲਾਈਕ ਦੈਟ। ਉਸ ਵੇਲੇ ਚਿੱਟਾ ਇੰਟਰੋਡਿਊਸ ਪੰਜਾਬ ਦੇ ਵਿੱਚ ਕੀਤਾ ਗਿਆ ਸੀਗਾ, ਅਤੇ ਕਿਸੇ ਨੇ ਕਿਹਾ ਕਿ ਇੱਕ ਬਹੁਤ ਵਧੀਆ ਚੀਜ਼ ਆਈ ਹੈ, ਤਾਂ ਇਹਦਾ ਰਿਜ਼ਲਟ ਬਹੁਤ ਵਧੀਆ ਹੈ, ਅਤੇ ਅਸੀਂ ਉਹ ਲੈਣਾ ਸ਼ੁਰੂ ਕਰ ਦਿੱਤਾ, ਹੈ ਨਾ। ਅਤੇ ਸਾਡੇ ਵਿੱਚੋਂ ਇੱਕ ਜਿਹੜਾ ਦੋਸਤ ਮੇਰਾ ਸੀਗਾ, ਉਹ ਥੋੜ੍ਹਾ ਹੀ ਵਾਜ਼ ਅ ਵੀਕ, ਨਾਟ ਦੈਟ ਮਚ ਸਟਰੋਂਗ ਉਹ ਸੀਗਾ ਨਹੀਂ ਬਾਡੀ ਵੱਲੋਂ। ਅਤੇ ਇੱਕ ਵਾਰੀ ਕੀ ਹੋਇਆ, ਮੈਨੂੰ ਕਾਲ ਆਈ ਕਿ ਤੁਹਾਡਾ ਦੈਟ ਪਰਟੀਕੂਲਰ ਦੈਟ ਦੋਸਤ ਆ ਨਾ, ਉਹਨੂੰ ਦੌਰਾ ਪੈ ਗਿਆ ਹੈ ਡਿਊ ਟੂ ਫਿਰ ਓਵਰਡੋਜ਼ ਆਫ ਡਰੱਗ। ਕਿਉਂਕਿ ਸਾਨੂੰ ਪਤਾ ਨਹੀਂ ਸੀ ਕਿਵੇਂ ਲੈਣਾ, ਅਸੀਂ ਦੱਸ ਦਿੱਤਾ, ਉਹਦਾ ਲੈ ਜਾ ਰਹੇ ਸੀਗੇ, ਹੈ ਨਾ। ਸੋ ਨੋ, ਇੰਜੈਕਟ ਨਹੀਂ ਕਰਦੇ ਸੀਗੇ ਮੈਡਮ, ਅਤੇ ਉਹ ਡਿਫਰੈਂਟ ਤਰੀਕੇ ਦੇ ਸੀਗੇ ਉਸ ਵੇਲੇ ਡਰੱਗਸ, ਅਤੇ ਇੰਜੈਕਟ ਵੀ ਹੁੰਦਾ ਹੈ, ਸੁੰਘਦੇ ਵੀ ਹੈ ਨਾ। ਅਤੇ ਜਦ ਸਾਨੂੰ ਪਤਾ ਲੱਗਿਆ ਕਿ ਸਾਡਾ ਦੋਸਤ ਕਿਸੇ ਨੂੰ ਇੱਦਾਂ ਦੌਰਾ ਪੈ ਗਿਆ, ਅਤੇ ਵੀ ਹੈਵ ਰਸ਼ ਟੂ ਹੌਸਪੀਟਲ। ਅਸੀਂ ਹੌਸਪੀਟਲ ਜਦ ਅਸੀਂ ਗਏ, ਆਈ ਐਮ ਟਾਕਿੰਗ ਅਬਾਊਟ ਮਾਈ ਟਰਨਿੰਗ ਪੁਆਇੰਟ ਇਨ ਮਾਈ ਲਾਈਫ। ਜਦ ਅਸੀਂ ਗਏ, ਸ਼ਾਇਦ 2 ਜਾਂ 3 ਮਿੰਟ ਪਹਿਲੇ ਜਦ ਅਸੀਂ ਪਹੁੰਚੇ ਉੱਥੇ, ਡਾਕਟਰ ਦੇ ਨਾਲ ਗੱਲ ਹੋਈ, ਔਰ ਡਾਕਟਰ ਨੂੰ ਅਸੀਂ ਪੁੱਛਿਆ ਕਿ ਡਾਕਟਰ ਹਾਊ ਇਜ਼ ਆਵਰ ਫਰੈਂਡ। ਸੋ ਸ਼ੀ ਸੈਡ ਕਿ, ਔਰ ਮੈਨੂੰ ਹਾਲੇ ਵੀ ਯਾਦ ਹੈ, ਸ਼ੀ ਵਾਜ਼ ਅ ਰਿਲੇਟਿਵ ਡਾਕਟਰ ਇਨ ਟਰਾਮਾ ਐਮਰਜੈਂਸੀ ਦੇ ਵਿੱਚ। ਤਾਂ ਉਹਨੇ ਕਿਹਾ ਕਿ ਤੁਹਾਡਾ ਜਿਹੜਾ ਦੋਸਤ ਹੈਗਾ ਉਹ ਬਹੁਤ ਸੀਰੀਅਸ ਹੈ। ਐਂਡ ਆਈ ਵਾਜ਼ ਲਾਫਿੰਗ ਦੈਟ ਟਾਈਮ, ਦੇਅਰ ਵਾਜ਼ ਅ ਸਮਾਈਲ ਔਨ ਮਾਈ ਫੇਸ, ਬਿਕੋਜ਼ ਆਈ ਵਾਜ਼ ਹਾਈ ਔਨ ਡਰੱਗਸ। ਬਚਪਨਾ ਵੀ ਸੀ, ਔਰ ਮੈਂ ਨਸ਼ੇ ਦੇ ਵਿੱਚ ਬਹੁਤ ਟੁੰਨ ਸੀਗਾ ਉਸ ਵੇਲੇ। ਅਤੇ ਉਹ ਕਹਿੰਦੀ ਮੈਨੂੰ, ਆਈ ਸਟਿਲ ਰਿਮੈਂਬਰ ਹਰ ਵਰਡਸ, ਕਹਿੰਦੀ ਯੂਅਰ ਫਰੈਂਡ ਇਜ਼ ਵੈਰੀ ਸੀਰੀਅਸ ਐਂਡ ਯੂ ਆਰ ਲਾਫਿੰਗ, ਵਟ ਟਾਈਪ ਆਫ ਹਿਊਮਨ ਬੀਇੰਗ ਯੂ ਆਰ। ਮੈਨੂੰ ਉਹਦੇ ਵਰਡ ਹਾਲੇ ਵੀ ਮੇਰੇ ਕੰਨਾਂ ਦੇ ਵਿੱਚ ਗੂੰਜਦੇ ਆ। ਤਦ ਮੈਂ ਸੋਚਿਆ, ਤਦ ਜਦ ਡਾਕਟਰ ਨੇ ਕਿਹਾ, ਤਦ ਮੇਰਾ ਜਿਹੜਾ ਨਸ਼ਾ ਸੀਗਾ ਉਤਰ ਗਿਆ ਕਿ ਵਾਕਈ ਮੇਰਾ ਦੋਸਤ ਬਹੁਤ ਜ਼ਿਆਦਾ ਸੀਰੀਅਸ ਹੈਗਾ। ਅਤੇ ਅਸੀਂ ਬਾਹਰ ਆਇਆ ਸੀਗਾ, ਚਲੋ ਥੋੜ੍ਹੀ ਦੇਰ ਬਾਅਦ ਅਸੀਂ ਆਉਂਦੇ ਅੰਦਰ, ਬਾਹਰ ਚਲੇ ਗਏ। ਜਦ ਵਾਪਸ ਅੰਦਰ ਆਏ ਤਾਂ ਕਾਫੀ ਸ਼ੋਰ ਮਚ ਰਿਹਾ ਸੀਗਾ, ਰੋਣੇ ਵਗੈਰਾ ਦੀ ਬਹੁਤ ਆਵਾਜ਼ ਆ ਰਹੀ ਸੀਗੀ, ਅਤੇ ਸਾਨੂੰ ਪਤਾ ਲੱਗਿਆ, ਮਹਿਸੂਸ ਤਾਂ ਹੋਇਆ ਕੁਝ ਗੜਬੜ ਹੋਈ ਹੈ, ਕਿਤੇ ਹੋਈ ਹੈ, ਨਹੀਂ ਪਤਾ ਕਿ ਸਾਡੇ ਦੋਸਤ ਦੇ ਨਾਲ ਹੀ ਹੋਈ ਹੈ। ਅਤੇ ਅਸੀਂ ਗਏ ਅਤੇ ਪਤਾ ਲੱਗਿਆ ਕਿ ਸਾਡਾ ਦੋਸਤ ਸੀਗਾ, ਹੀ ਵਾਜ਼ ਨੋ ਮੋਰ, ਉਹਦੀ ਡੈਥ ਹੋ ਗਈ ਹੈ ਡਿਊ ਟੂ ਓਵਰਡੋਜ਼ ਆਫ ਡਰੱਗਸ। ਜਦ ਮੈਂ ਉਹਦੀ ਪੇਰੈਂਟਸ ਨੂੰ, ਉਹਦੀ ਮਦਰ ਨੂੰ, ਉਹਦੇ ਫਾਦਰ ਨੂੰ, ਉਹਦਾ ਐਲਡਰ ਬ੍ਰਦਰ ਐਂਡ ਸਿਸਟਰ ਵੀ ਉੱਥੇ ਸੀ, ਕੁਛ ਰਿਸ਼ਤੇਦਾਰ ਵੀ ਸੀ, ਰੋਂਦੇ ਦੇਖਿਆ, ਬਿਕੋਜ਼ ਹੀ ਵੈਰੀ ਯੰਗ ਏਜ ਸੀਗੀ ਸਾਡੀ ਉਸ ਵੇਲੇ, ਹੈ ਨਾ। ਅਤੇ ਮੈਂ ਦੇਖਿਆ ਅਤੇ ਮੈਂ ਸ਼ੌਕ ਹੋ ਗਿਆ, ਇੱਕਦਮ ਸ਼ੌਕ ਹੋ ਗਿਆ, ਔਰ ਮੇਰੇ ਸਾਹਮਣੇ ਇੱਕ ਤਸਵੀਰ ਚੱਲਣੀ ਸ਼ੁਰੂ ਹੋ ਗਈ। ਮੈਨੂੰ ਜਿਹੜੀ ਉਹਦੀ ਮਦਰ ਰੋ ਰਹੀ ਸੀ, ਉਹ ਮੈਨੂੰ ਮੇਰੀ ਮਾਂ ਨਜ਼ਰ ਆਉਣੀ ਲੱਗ ਗਈ, ਔਰ ਉਹ ਜਿਹੜੀ ਉਹਦੀ ਭੈਣ ਸੀ, ਮੈਨੂੰ ਆਪਣੀ ਭੈਣ ਨਜ਼ਰ ਆਉਣ ਲੱਗ ਗਈ। ਔਰ ਮੈਨੂੰ ਇੱਦਾਂ ਮੀਨਸ ਅੰਦਰੋਂ ਇੱਦਾਂ ਆਵਾਜ਼ ਆਉਣ ਲੱਗ ਗਈ, ਤੇਰਾ ਵੀ ਇੱਦਾਂ ਹੀ ਇੱਕ ਦਿਨ ਹਾਲ ਹੋਣਾ। ਅਤੇ ਨਾ ਨਸ਼ੇ ਦੇ ਵਿੱਚ ਤਾਂ ਸੀਗਾ, ਫਿਰ ਮੈਂ ਘਬਰਾ ਗਿਆ ਬਹੁਤ ਕਿ ਇਹ ਮੇਰੇ ਨਾਲ ਵੀ ਇੱਦਾਂ ਹੋ ਸਕਦਾ ਇੱਕ ਦਿਨ, ਹੈ ਨਾ। ਔਰ ਮੈਂ ਆਈ ਵਾਜ਼ ਫੀਲਿੰਗ ਸੋ ਸੌਰੀ ਕਿ ਇਹ ਨਸ਼ਿਆਂ ਦੇ ਵਿੱਚ ਕਿਵੇਂ ਅਸੀਂ ਪੈ ਗਏ। ਅਸੀਂ ਇੱਕ ਆਪਣਾ ਅੱਛਾ ਇੱਕ ਦੋਸਤ ਗਵਾ ਲਿਆ, ਹੀ ਇਜ਼ ਨੋ ਮੋਰ ਵਿਦ ਅਸ। ਦੈਟ ਵਾਜ਼ ਦਾ ਟਰਨਿੰਗ ਪੁਆਇੰਟ ਆਫ ਮਾਈ ਲਾਈਫ। ਮੈਂ ਕਿਹਾ, ਫਿਰ ਮੈਂ ਸੋਚਿਆ ਕਿ ਰਾਜਦੀਪ ਤੂੰ ਗਲਤ ਦੋਸਤ ਬਣਾ ਲਿਆ ਨਸ਼ੇ ਨੂੰ, ਇਹ ਤਾਂ ਧੋਖੇਬਾਜ਼ ਹੈ, ਇਹਨੇ ਤੇਰਾ ਦੋਸਤ ਛੀਨ ਲਿਆ, ਹੈ ਨਾ। ਨਸ਼ਿਆਂ ਨੂੰ ਅਸੀਂ ਕਹਿੰਦੇ ਕਿ ਇਹ ਸਾਡੇ ਗਮ ਦੇ ਸਾਥੀ ਨੇ, ਜਾਂ ਵਟ ਐਵਰ ਵੀ ਕੈਨ ਸੇ, ਹੈ ਨਾ। ਤੋ ਮੈਂ ਕਿਹਾ ਇਹਨੇ ਤਾਂ ਸਾਨੂੰ ਧੋਖਾ ਦੇ ਦਿੱਤਾ, ਸਾਡਾ ਦੋਸਤ ਇਹਨੇ ਸਾਡੇ ਤੋਂ ਛੀਨ ਲਿਆ।
ਇੱਕ ਦਿਨ ਮੇਰੇ ਨਾਲ ਵੀ ਇਦਾਂ ਹੀ ਹੋਏਗਾ। ਤਾਂ ਬਟ ਮੈਂ ਆਈ ਵਾਂਟ ਟੂ ਲਿਵ, ਮੈਂ ਕਿਹਾ ਆਈ ਵਾਂਟ ਟੂ ਲਿਵ। ਤਾਂ ਮੈਂ ਉਸ ਵੇਲੇ ਪ੍ਰਣ ਲੈ ਲਿਆ ਕਿ ਅੱਜ ਤੋਂ ਬਾਅਦ ਨਹੀਂ ਮੈਂ ਹੁਣ ਨਸ਼ੇ ਕਰਨਾ। ਤੁਸੀਂ ਲੁਧਿਆਣਾ ਹੀ ਰਹਿੰਦੇ ਸੀਗੇ? ਜੀ ਮੈਂ ਲੁਧਿਆਣੇ ਹੀ ਰਹਿੰਦਾ ਸੀਗਾ ਉਸ ਵੇਲੇ। ਫਰੈਂਡ ਤੁਹਾਡੇ ਲੁਧਿਆਣਾ ਹੀ ਸੀਗੇ? ਜਾਂ ਉਹ ਨਾਲ ਦੇ ਪਿੰਡ ਦਾ ਸੀਗਾ। ਕਿੰਨਾ ਔਖਾ ਲੱਗਿਆ ਕਿਉਂਕਿ ਤੁਸੀਂ ਜਿਵੇਂ ਕਿਹਾ ਤੋੜ ਵੀ ਬਹੁਤ ਲੱਗਦੀ ਸੀਗੀ, ਕਿਵੇਂ ਤੁਹਾਨੂੰ ਫਿਰ ਫੈਮਿਲੀ ਸਪੋਰਟ ਲੈਣੀ ਪਈ ਜਾਂ ਮੈਡੀਕਲ ਸਪੋਰਟ? ਮੈਡਮ ਜਦ ਇਹ ਇਦਾਂ ਗੱਲ ਹੋਈ ਤੇ ਮੈਂ ਡਿਸੀਜਨ ਲਿੱਤਾ ਕਿ ਹੁਣ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ 골ਡਨ ਪੀਰੀਅਡ ਟਾਈਮ ਸੀ, ਕੁਝ ਬਣਨ ਦਾ ਟਾਈਮ ਸੀ, ਸਟੱਡੀ ਕਰਨ ਦਾ, ਸਭ ਕੁਝ ਮੈਂ ਗਵਾ ਦਿੱਤਾ। ਬਟ ਹਾਲੇ ਵੀ ਕੁਝ ਚਾਂਸਸ ਹੈਗੇ ਕਿ ਮੈਂ ਕੁਝ ਕਰ ਸਕਦਾ ਆਪਣੀ ਜ਼ਿੰਦਗੀ ਦੇ ਵਿੱਚ। ਤੇ ਮੈਂ ਇਹ ਗੱਲ ਮੈਂ ਆਪਣੇ ਪੇਰੈਂਟਸ ਦੇ ਨਾਲ ਸ਼ੇਅਰ ਕੀਤੀ ਕਿ ਮੈਨੂੰ ਮਾਫ ਕਰੋ, ਮੈਂ ਤੁਹਾਨੂੰ ਧੋਖਾ ਦਿੱਤਾ। ਮੀਨਸ ਮੈਂ ਨਸ਼ਿਆਂ ਦੇ ਵਿੱਚ ਪੈ ਗਿਆ, ਮੈਂ ਸਟੱਡੀਜ਼ ਵੀ ਨਹੀਂ ਮੈਂ ਜਾ ਰਿਹਾ, ਮੈਂ ਗਿਆ ਹੀ ਨਹੀਂ ਕਦੀ ਕਾਲਜ, ਮੈਂ ਕੋਚਿੰਗ ਸੈਂਟਰ ਕਦੀ ਵੀ ਨਹੀਂ ਗਿਆ, ਮੈਂ ਸਭ ਕੁਝ ਬਰਬਾਦ ਕਰ ਲਿਆ ਹੈ ਤੇ ਮੈਨੂੰ ਹੁਣ ਤੁਹਾਡੀ ਹੈਲਪ ਚਾਹੀਦੀ ਹੈ। ਮੈਂ ਫਾਦਰ ਔਰ ਮੇਰੇ ਮਦਰ ਤੋਂ ਔਰ ਹੈਲਪ ਮੰਗੀ ਔਰ ਪਰਮਾਤਮਾ ਤੋਂ ਹੈਲਪ ਮੰਗੀ, ਹੈ ਨਾ, ਕਿ ਮੇਰੀ ਹੈਲਪ ਕਰ। ਔਰ ਮੈਂ ਇੱਕ ਡਿਸੀਜਨ ਲਿੱਤਾ, ਆਈ ਡੋਂਟ ਵਾਂਟ ਟੂ ਗੋ ਟੂ ਐਨੀ ਰੀਹੈਬਿਲਿਟੇਸ਼ਨ ਸੈਂਟਰ, ਕਿਉਂਕਿ ਮੈਂ ਦੇਖਦਾ ਹੁੰਦਾ ਸੀ ਉੱਥੇ ਬੜਾ ਹੀ ਮੀਨਸ ਲੋਕਾਂ ਦੇ ਨਾਲ ਇੱਦਾਂ ਹੁੰਦਾ ਹੈ ਨਾ, ਮੈਨੂੰ ਡਰ ਵੀ ਸੀਗਾ। ਬਟ ਮੈਂ ਕਿਹਾ ਕਿ ਅਗਰ ਮੈਂ ਛੱਡਣੇ ਤਾਂ ਮੈਂ ਇੱਦਾਂ ਹੀ ਛੱਡਣੇ ਆ। ਮੈਂ ਪਰਮੇਸ਼ਵਰ ਨੂੰ, ਪਰਮਾਤਮਾ ਨੂੰ ਕਿਹਾ ਕਿ ਮੇਰੀ ਹੈਲਪ ਕਰੋ, ਹੈ ਨਾ। ਮਦਰ ਨੂੰ ਮੈਂ ਆਪਣੇ ਉਹਨਾਂ ਨੂੰ ਕਿਹਾ ਕਿ ਮੇਰੀ ਹੈਲਪ ਕਰੋ, ਮੇਰੇ ਇਹਦੇ ਵਿੱਚ ਆਵਾਂ। ਤਾਂ ਮੈਂ ਵਿਦਆਊਟ ਗੋਇੰਗ ਟੂ ਐਨੀ ਰੀਹੈਬਿਲਿਟੇਸ਼ਨ ਸੈਂਟਰ, ਪਰੰਤੂ ਜਿਹੜਾ 5-6 ਮਹੀਨੇ ਦਾ ਮੇਰਾ ਟਾਈਮ ਸੀਗਾ ਉਹ ਇਟ ਵਾਜ਼ ਵੈਰੀ ਹੌਰੀਬਲ। ਉਹ ਬਹੁਤ ਦੁੱਖ ਵਾਲਾ ਟਾਈਮ ਸੀਗਾ। ਰਾਤਾਂ ਨੂੰ ਨੀਂਦ ਨਹੀਂ ਆਉਂਦੀਆਂ ਸੀ, ਤੋੜਾਂ ਲੱਗਦੀਆਂ ਸੀ, ਢਿੱਡ ਦੁਖਦੇ ਸੀਗੇ, ਲੂਜ਼ ਮੋਸ਼ਨ ਨਹੀਂ ਹਟਦੇ ਸੀਗੇ, ਨੀਂਦਾਂ ਤਾਂ ਆਈਆਂ ਹੀ ਨਹੀਂ, ਕਈ ਮਹੀਨੇ ਸੌਂਦੇ ਹੀ ਨਹੀਂ ਸੀਗੇ, ਕਮਜ਼ੋਰੀ ਵੀਕਨੈਸ ਇੰਨੀ ਆ ਗਈ। ਤੋ ਜਿਹੜਾ ਟਾਈਮ ਸੀਗਾ ਜ਼ਰੂਰ ਕਹਿੰਦੇ ਸੋਇੰਗ ਟਾਈਮ ਇਜ਼ ਅ ਵੈਰੀ ਹਾਰਡ ਟਾਈਮ। ਜੋ ਬੀਜ ਬੋਣ ਦਾ ਟਾਈਮ ਹੁੰਦਾ ਉਹ ਬੜਾ ਔਖਾ ਹੁੰਦਾ, ਪਰ ਜਦ ਫਲ ਨਿਕਲਦਾ, ਫਸਲ ਆਉਂਦੀ ਹੈ ਤਾਂ ਉਹ ਬਹੁਤ ਖੁਸ਼ੀ ਦਿੰਦੀ ਹੈ ਨਾ। ਅਤੇ ਇਹ ਜਿਹੜਾ ਮੇਰੀ ਜ਼ਿੰਦਗੀ ਦੇ ਵਿੱਚ ਉਹ ਟਾਈਮ ਸੀਗਾ, ਔਖਾ ਜ਼ਰੂਰ ਸੀਗਾ, ਪਰੰਤੂ ਮੈਂ ਆਪਣੀ ਕੌਨਸ਼ੀਅਸ ਨੂੰ, ਆਪਣੀ ਨੀਅਤ ਨੂੰ ਸਾਫ਼ ਰੱਖਿਆ, ਹੈ ਨਾ। ਉਸ ਟਾਈਮ 'ਚ ਕਦੇ ਤੁਹਾਨੂੰ ਇਹ ਨਹੀਂ ਲੱਗਿਆ ਕਿ ਬਸ ਇੱਕ ਵਾਰੀ ਲੈ ਲਵਾਂ? ਕਈ ਵਾਰੀ ਜਦ ਦੂਸਰਿਆਂ ਨੂੰ ਦੇਖਦੇ ਸੀਗੇ ਇੱਦਾਂ ਦਾ ਹੁੰਦਾ ਤਾਂ ਸੀਗਾ, ਬਟ ਮੈਂ ਆਈ ਯੂਜ਼ ਟੂ ਰਨ ਅਵੇ ਫਰੋਮ ਦੈਟ ਪੁਆਇੰਟ। ਮੈਂ ਉੱਥੋਂ ਚਲੇ ਜਾਂਦਾ ਸੀ ਔਰ ਫਿਰ ਮੈਂ ਡਿਸੀਜਨ ਲਿੱਤਾ, ਮੈਂ ਐਨਾਲਾਈਜ਼ ਕੀਤਾ ਕਿ ਕਿਹਦਾ ਹੱਥ ਸੀ, ਦੋਸਤਾਂ ਦਾ। ਮੈਂ ਦੋਸਤ ਛੱਡਤੇ, ਦੋਸਤਾਂ ਨੂੰ ਛੱਡਤਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ। ਜੀ ਤਾਂ ਬੜੇ ਸਟਰੋਂਗ ਰਹਿਣਾ ਪਿਆ ਤੁਹਾਨੂੰ, ਉਹਦਾ ਵਿਲ ਪਾਵਰ ਪੂਰੀ ਸਟਰੋਂਗ ਰੱਖਣੀ ਪਈ। ਤਾਂ ਕੁਝ ਕੋਈ ਮੋਟੀਵੇਸ਼ਨ ਕੁਝ ਤੁਹਾਨੂੰ ਕਿੱਥੋਂ ਮਿਲਦੀ ਰਹੀ ਹੈ? ਮੋਟੀਵੇਸ਼ਨ ਮੈਨੂੰ ਮੇਰੀ ਮਦਰ ਤੋਂ ਮਿਲਦੀ ਸੀ ਔਰ ਮੈਂ ਮੈਡੀਟੇਸ਼ਨ ਕਰਦਾ ਸੀਗਾ, ਮੈਂ ਪ੍ਰੇਅਰ ਕਰਦਾ ਸੀਗਾ ਗੋਡ ਦੇ ਅੱਗੇ ਕਿ ਮੇਰੀ ਹੈਲਪ ਕਰੋ, ਹੈ ਨਾ। ਮੈਂ ਬਾਈਬਲ ਪੜ੍ਹਦਾ ਸੀਗਾ, ਮੈਨੂੰ ਇਸ ਚੀਜ਼ ਤੋਂ ਬੜੀ ਮੋਟੀਵੇਸ਼ਨ ਮਿਲਦੀ ਸੀਗੀ। ਜੀ। ਤਾਂ ਜਿੱਦਾਂ ਤੁਸੀਂ ਕਿਹਾ ਕਿ ਦੋਸਤ ਤੁਹਾਨੂੰ ਇੱਕ ਵਾਰੀ ਛੱਡਣੇ ਪਏ, ਹੈ ਨਾ, ਅਤੇ ਆਪਾਂ ਦੇਖੀਏ ਕਿ ਨੋਰਮਲੀ ਕੋਈ ਵੀ ਕਿਸੇ ਦੀ ਵੀ ਇਹ ਲਾਈਫ ਹਿਸਟਰੀ ਦੇਖੀਏ ਜਿਹੜੇ ਕਿ ਨਸ਼ੇ ਵਿੱਚ ਵਿਚਾਰੇ ਆਪਾਂ ਕਵਾਂਗੇ ਜਿਹੜੇ ਬੱਚੇ ਚਲੇ ਜਾਂਦੇ ਨੇ, ਤਾਂ ਉਹ ਜ਼ਿਆਦਾ ਪੀਅਰ ਪ੍ਰੈਸ਼ਰ ਹੁੰਦਾ ਜਾਂ ਕੋਈ ਹੋਰ ਤਰ੍ਹਾਂ ਦਾ ਕੀ ਹੁੰਦਾ ਉਹਨਾਂ ਨੂੰ? ਮੇਰੀ ਜ਼ਿੰਦਗੀ ਦੇ ਵਿੱਚ ਮੈਂ ਜਦੋਂ ਐਨਾਲਾਈਜ਼ ਕੀਤਾ ਮੈਂ ਗਲਤੀ ਕਿੱਥੇ ਕੀਤੀ, ਮੈਂ ਮੰਨਦਾ ਮੈਂ ਇਸ ਗਲਤੀ ਦੋਸਤ ਚੁਣਨ ਦੇ ਵਿੱਚ ਕੀਤੀ, ਹੈ ਨਾ। ਦੋਸਤ ਕਹਿੰਦੇ ਆ ਜਿਸ ਪ੍ਰਕਾਰ ਇੱਕ ਮਸ਼ਹੂਰ ਕਹਾਵਤ ਕਹਿੰਦੀ, ਜੈਸੀ ਸੰਗਤ ਵੈਸੀ ਰੰਗਤ, ਆਇਰਨ ਸ਼ਾਰਪਨਸ ਆਇਰਨ, ਲੋਹਾ ਲੋਹੇ ਨੂੰ ਤੇਜ਼ ਕਰਦਾ। ਉਸੇ ਪ੍ਰਕਾਰ ਮੈਂ ਹੋਰ ਵੀ ਬਹੁਤ ਸਾਰੇ ਫੈਕਟਰਸ ਹੁੰਦੇ ਆ, ਬਟ ਮੇਰੀ ਜ਼ਿੰਦਗੀ ਦੇ ਵਿੱਚ ਜੋ ਮੈਂ ਫੈਕਟਰ ਐਨਾਲਾਈਜ਼ ਕੀਤਾ ਕਿ ਮੈਂ ਦੋਸਤ ਚੁਣਨ ਦੇ ਵਿੱਚ ਗਲਤੀ ਕਰ ਦਿੱਤੀ। ਦੋਸਤ ਮੈਨੂੰ ਗਲਤ ਮਿਲ ਗਏ ਜਿਨ੍ਹਾਂ ਦੇ ਕਰਕੇ ਮੇਰੀ ਜ਼ਿੰਦਗੀ ਉਸ ਵੇਲੇ ਬਰਬਾਦ ਹੋਣੀ ਸ਼ੁਰੂ ਹੋ ਗਈ। ਪਰ ਕਹਿੰਦੇ ਆ ਨਾ ਕਿ ਦੋਸਤ ਜੇ ਦੋਸਤ ਨੂੰ ਬਰਬਾਦ ਕਰਦਾ ਤਾਂ ਦੋਸਤ ਸਹੀ ਰਾਹ 'ਤੇ ਵੀ ਲੈ ਕੇ ਆਉਂਦੇ ਨੇ। ਕੋਈ ਇਹੋ ਜਿਹਾ ਦੋਸਤ ਮਿਲਿਆ ਤੁਹਾਨੂੰ ਜਿਹੜਾ ਤੁਹਾਨੂੰ ਸਹੀ ਰਾਹ 'ਚ ਲੈ ਕੇ ਆਏ ਹੋਣ? ਨਹੀਂ, ਮੈਨੂੰ ਕੋਈ ਨਹੀਂ ਮਿਲਿਆ, ਬਲਕਿ ਦੋਸਤਾਂ ਨੇ ਮੇਰਾ ਮਖੌਲ ਉਡਾਇਆ। ਦੋਸਤਾਂ ਨੇ ਮੇਰਾ ਮਖੌਲ ਉਡਾਇਆ ਕਿ ਇਹ ਤਾਂ ਮੀਨਸ ਇਹ ਤਾਂ ਕਾਇਰ ਇਨਸਾਨ ਹੈ ਜਿਹੜਾ ਨਾ ਨਸ਼ੇ ਤੋਂ ਭੱਜ ਗਿਆ। ਤੋ ਬਟ ਮੈਂ ਕਹਿੰਦਾ ਕਿ ਮੈਂ ਜਿਹੜੇ ਨਸ਼ੇ ਉਹ ਧੋਖੇਬਾਜ਼ ਨੇ, ਇਹਨਾਂ ਨੂੰ ਦੋਸਤ ਨਹੀਂ ਬਣਾਉਣਾ ਹੈਗਾ, ਇਹਨਾਂ ਨੂੰ ਦੋਸਤ ਨਹੀਂ ਬਣਾਉਣਾ। ਨਸ਼ੇ ਧੋਖਾ ਦਿੰਦੇ ਆ। ਜ਼ਰੂਰ ਮੇਰੇ ਦੋਸਤ ਮੇਰਾ ਮਜ਼ਾਕ ਕਰਦੇ ਸੀ ਕਿ ਇਹ ਤਾਂ ਇਹ ਮੀਨਸ ਡਰਪੋਕ ਇਨਸਾਨ ਆ ਜਾਂ। ਤਾਂ ਜਿਵੇਂ ਹੁਣ ਪੰਜਾਬ ਦੀ ਹਾਲਤ ਤੁਸੀਂ ਵੀ ਦੇਖ ਰਹੇ ਹੋ ਅਤੇ ਅਸੀਂ ਵੀ ਦੇਖ ਰਹੇ ਹਾਂ ਕਿ ਬਹੁਤ ਮੰਦਭਾਗੀ ਹੈ। ਸਰਕਾਰਾਂ ਬਹੁਤ ਕੁਝ ਕਰ ਰਹੀਆਂ ਨੇ, ਬੜੀ ਵਾਰ ਜਿਹੜੇ ਆ ਨਸ਼ੇ ਨੂੰ ਪਕੜਨ ਲਈ ਬੜੀ ਵਾਰੀ ਉਹਨਾਂ ਨੇ ਟਰੈਕ ਵੀ ਲਗਾਉਂਦੇ, ਸਭ ਕੁਝ ਹੈ, ਬਟ ਫਿਰ ਵੀ ਹਰ ਰੋਜ਼ ਦੇਖਦੇ ਹਾਂ ਕਿ ਕਿੰਨੇ ਹੀਰੋਇਨ ਪਕੜੀ ਜਾਂਦੀ ਹੈ, ਕੁਝ ਵੀ ਹੈ। ਅਤੇ ਇਹ ਕਿੰਨਾ ਕੁ ਵੱਡਾ ਨੈਕਸਸ ਹੈ ਅਤੇ ਕਿਵੇਂ ਠੱਲ ਪਏਗੀ?
ਮੈਂ ਓਨੈਸਟਲੀ ਸਪੀਕਿੰਗ ਕਿ ਇਸ ਚੀਜ਼ ਦੇ ਵਿੱਚ ਗਿਆ ਨਹੀਂ ਕਿ ਆ ਕਿੱਥੋਂ ਟ੍ਰੈਫਿਕਿੰਗ ਹੁੰਦੀ ਹੈ, ਕਿੱਥੋਂ ਆਉਂਦਾ ਹੈ, ਕਿੱਥੋਂ ਨਹੀਂ ਆਉਂਦਾ। ਦੈਟ ਇਜ਼ ਅਨਨੋਨ ਟੂ ਮੀ ਐਕਚੁਅਲੀ। ਇਹਦੇ ਲਈ ਮੈਂ ਬਿਲਕੁਲ ਅਣਜਾਣ ਹਾਂ ਕਿ ਕਿੱਥੋਂ ਆਉਂਦਾ ਹੈ, ਕਿੱਦਾਂ ਹੈ। ਬਟ ਮੈਂ ਇਸ ਚੀਜ਼ ਨੂੰ ਜ਼ਰੂਰ ਰਿਕੋਗਨਾਈਜ਼ਡ ਕਰਦਾ ਕਿ ਸਰਕਾਰਾਂ ਜਾਂ ਐਡਮਿਨਿਸਟ੍ਰੇਸ਼ਨ, ਸਾਡਾ ਪੁਲਿਸ ਡਿਪਾਰਟਮੈਂਟ ਹੈ, ਇਹ ਇਸ ਨੂੰ ਪੰਜਾਬੀ 'ਚ ਕਹਿੰਦੇ ਜੋ ਠੱਲ ਪਾਉਣ ਦੇ ਲਈ, ਇਹਨੂੰ ਰੋਕਣ ਦੇ ਲਈ ਬਹੁਤ ਕੋਸ਼ਿਸ਼ ਕਰਦੀ ਹੈ। ਬਹੁਤ ਮੈਨੂੰ ਤਾਂ ਬਹੁਤ ਐਫਰਟਸ ਕਰਦੀ ਹੈ ਕਿ ਨਸ਼ਿਆਂ ਤੋਂ ਜਵਾਨ ਪੀੜ੍ਹੀ ਨੂੰ ਬਚਾਇਆ ਜਾਏ। ਜੋ ਗੁੰਮਰਾਹ ਹੋ ਰਹੇ ਨੇ ਸਾਡੇ ਜਵਾਨ, ਉਹਨਾਂ ਨੂੰ ਸਹੀ ਰਾਹ ਦੇ ਵਿੱਚ ਲਿਆਇਆ ਜਾਵੇ। ਐਡਮਿਨਿਸਟ੍ਰੇਸ਼ਨ, ਸਰਕਾਰਾਂ ਬਹੁਤ ਕੰਮ ਕਰਦੀਆਂ ਨੇ ਜੀ। ਤਾਂ ਜਿਵੇਂ ਮਤਲਬ ਇਹ ਆਪਾਂ ਨਸ਼ੇ ਦੀ ਗੱਲ ਕਰੀਏ ਕਿ ਪੇਰੈਂਟਸ 'ਤੇ ਬਹੁਤ ਇੱਕ ਵੱਡਾ ਇੱਕ ਅਸਰ ਪੈਂਦਾ ਹੈ, ਅਤੇ ਤੁਸੀਂ ਹੁਣ ਉਹ ਨੌਜਵਾਨ ਪੀੜ੍ਹੀ ਨੂੰ ਉੱਪਰ ਲੈ ਕੇ ਆਉਣ ਲਈ, ਨਸ਼ਿਆਂ ਤੋਂ ਮੁਕਤ ਕਰਾਉਣ ਲਈ ਕਿ ਇੱਕ ਮੁਹਿੰਮ ਛੇੜੀ ਹੋਈ ਹੈ। ਕੀ ਇਹ ਮੁਹਿੰਮ ਉਹਦੇ ਬਾਰੇ ਦੱਸੋ। ਮੈਂ ਐਕਚੁਅਲੀ ਮੈਂ ਆਈ ਵਾਜ਼ ਬੋਰਨ ਇਨ ਕਸ਼ਮੀਰ। ਸ਼੍ਰੀਨਗਰ ਮੇਰਾ ਜਨਮ ਦਾ ਸਥਾਨ ਹੈ, ਅਤੇ ਪਹਾੜਾਂ ਦੇ ਨਾਲ ਮੈਨੂੰ ਸ਼ੁਰੂ ਤੋਂ ਪਿਆਰ ਸੀਗਾ, ਮਾਊਂਟੇਨਸ ਦੇ ਵਿੱਚ ਪਿਆਰ ਸੀਗਾ, ਟਰੈਵਲਿੰਗ ਦਾ ਮੈਨੂੰ ਸ਼ੁਰੂ ਤੋਂ ਸ਼ੌਂਕ ਸੀਗਾ। ਸੋ ਨਸ਼ਿਆਂ ਦੇ ਵਿੱਚੋਂ ਬਾਹਰ ਆਉਣ ਤੋਂ ਬਾਅਦ ਔਰ ਮੈਨੂੰ ਮੋਟਰਸਾਈਕਲਿੰਗ ਦਾ ਬਹੁਤ ਸ਼ੌਂਕ ਸੀਗਾ, ਮੋਟਰਸਾਈਕਲਿੰਗ ਦਾ ਨਾ ਸ਼ੌਂਕ ਸੀਗਾ, ਅਤੇ ਮੋਟਰਸਾਈਕਲ ਦੇ ਉੱਤੇ ਘੁੰਮਣ ਦਾ, ਅਲੱਗ ਦੂਰ ਦੂਰ ਜਗ੍ਹਾ ਜਾਣ ਦਾ ਮੈਨੂੰ ਬੜਾ ਸ਼ੌਂਕ ਹੁੰਦਾ। ਅਤੇ ਫਿਰ ਮੈਂ ਦੇਖਿਆ ਕਿ ਇਹ ਜਿਹੜਾ ਮੋਟਰਸਾਈਕਲਿੰਗ ਕਲਚਰ ਹੈ, ਬਾਈਕ ਦੇ ਉੱਤੇ ਜਦ ਅਸੀਂ ਜਾਂਦੇ ਹਾਂ, ਇਹ ਲੋਕਾਂ ਨੂੰ ਬਹੁਤ ਅਟਰੈਕਟ ਕਰਦਾ ਹੈ, ਖਿਚਾਵ ਦਿੰਦਾ ਹੈ, ਔਰ ਲੋਕੀ ਬੜੇ ਸ਼ਾਂਤੀ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਅਤੇ ਮੈਂ ਮੋਟਰਸਾਈਕਲਿੰਗ ਦੇ ਵਿੱਚ ਜਦ ਮੈਂ ਪੈ ਕੇ ਮੈਂ ਕੀਤਾ ਮੈਂ ਇਹਦੇ ਦੁਆਰਾ ਕਿੱਦਾਂ ਮੈਂ ਲੋਕਾਂ ਦੇ ਕੰਮ ਆ ਸਕਦਾ। ਮੈਂ ਫਿਰ ਸੋਚਿਆ ਕਿ ਮੈਂ ਇੱਕ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦੀ ਰਾਈਡ ਕੱਢੂੰਗਾ। ਤੋ ਮੈਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਦੀ ਇੱਕ ਰਾਈਡ ਕੱਢੀ, ਸੇ ਨੋ ਟੂ ਡਰੱਗਸ, ਔਰ ਲੋਕਾਂ ਨੂੰ ਆਹੀ ਸੰਦੇਸ਼ ਦਿੰਦਾ ਗਿਆ ਕਿ ਜਿੱਥੇ ਵੀ ਮੌਕਾ ਮਿਲਿਆ ਲੋਕਾਂ ਦੇ ਨਾਲ ਸ਼ੇਅਰ ਕੀਤਾ ਕਿ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈਗਾ। ਉਸ ਤੋਂ ਇਲਾਵਾ ਸ਼ਹਿਰ ਦੇ ਵਿੱਚ, ਇਹ ਤਾਂ ਮੇਰੇ ਲੌਂਗ ਡਿਸਟੈਂਸ ਰਾਈਡ ਹੁੰਦੀਆਂ ਸੀ, ਅਸੀਂ ਲਦਾਖ ਨੂੰ ਜਾਂਦੇ ਹਾਂ, ਸੋ ਨੋ ਟੂ ਡਰੱਗਸ ਦਾ ਮੁਹਿੰਮ ਲੈ ਕੇ ਮੈਂ ਜਾਂਦਾ ਹੈ ਨਾ। ਸੋ ਉਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਅਸੀਂ ਵੱਡੀ ਵੱਡੀ ਮੋਟਰਸਾਈਕਲ ਰੈਲੀਜ਼ ਔਰਗੇਨਾਈਜ਼ ਕਰਦੇ ਹਾਂ, ਜਿਹਦੇ ਦੁਆਰਾ ਅਸੀਂ ਲੋਕਾਂ ਨੂੰ ਮੋਟੀਵੇਟ ਕਰਦੇ ਹਾਂ, ਨੁੱਕੜ ਨਾਟਕ ਪੇਸ਼ ਕਰਦੇ ਹਾਂ, ਔਰ ਲੋਕਾਂ ਨੂੰ ਸੰਦੇਸ਼ ਦਿੰਦੇ ਹਾਂ ਕਿ ਜਿਹੜੇ ਇਹ ਨਸ਼ਿਆਂ ਦੇ ਨਾਲ ਅਸੀਂ ਦੋਸਤੀ ਨਾਲ ਲਗਾਈਏ, ਇਹਨਾਂ ਦੇ ਨਾਲ ਆਪਣਾ ਨਾਤਾ ਤੋੜੀਏ, ਔਰ ਜ਼ਿੰਦਗੀ ਦੇ ਨਾਲ ਅਸੀਂ ਪਿਆਰ ਕਰੀਏ। ਕਿਸ ਤਰ੍ਹਾਂ ਦਾ ਜਿਹੜਾ ਨੁੱਕੜ ਨਾਟਕ ਕਿਸ ਟਾਈਪ ਦਾ ਹੁੰਦਾ? ਇੱਕ ਨੁੱਕੜ ਨਾਟਕ ਅਸੀਂ ਸਾਡੀ ਟੀਮ ਨੇ ਮਿਲ ਕੇ ਬਣਾਇਆ ਹੈ, ਜੋ ਮੇਰੇ ਜੀਵਨ ਦੇ ਉੱਤੇ ਆਧਾਰਿਤ ਹੈ ਕਿ ਇੱਕ ਪਰਿਵਾਰ ਦੇ ਵਿੱਚ ਬੱਚਾ ਇੱਕ ਜਨਮ ਲੈਂਦਾ ਹੈ, ਔਰ ਉਸ ਬੱਚੇ ਤੋਂ ਪਰਿਵਾਰ ਦੀਆਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ, ਪਰੰਤੂ ਹੌਲੀ ਹੌਲੀ ਬੁਰੀ ਸੰਗਤ ਦੇ ਵਿੱਚ ਬੱਚਾ ਪੈ ਜਾਂਦਾ ਹੈ, ਔਰ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ। ਔਰ ਇੱਕ ਬੜਾ ਇਮੋਸ਼ਨਲ ਜਿਹਾ ਇੱਕ ਅਸੀਂ ਨਾਟਕ 40 ਮਿੰਟਸ ਦਾ ਬਣਾਇਆ ਹੋਇਆ ਹੈ, ਅਤੇ ਉਹਦੇ ਦੁਆਰਾ ਅਸੀਂ ਦੱਸਦੇ ਹਾਂ ਨਾਟਕ ਦੇ ਦੁਆਰਾ, ਕਿਉਂਕਿ ਜੋ ਦੇਖਿਆ ਜਾਵੇ ਇਹ ਚੀਜ਼ ਬੱਚਿਆਂ ਨੂੰ ਜਾਂ ਹੋਰ ਜਵਾਨਾਂ ਨੂੰ ਬਹੁਤ ਕੈਚ ਕਰਦੀ ਹੈ। ਉਸ ਤੋਂ ਬਾਅਦ ਫਿਰ ਮੈਂ ਆਪਣੀ ਜ਼ਿੰਦਗੀ ਤੋਂ ਦੱਸਦਾ ਕਿ ਮੈਂ ਜਿਹੜਾ ਨਾਟਕ ਕੀਤਾ ਗਿਆ ਇਹ ਮੈਂ ਹੀ ਸੀਗਾ। ਤਾਂ ਫਿਰ ਮੈਂ ਦੱਸਦਾ, ਔਰ ਸਾਡੇ ਨਾਲ ਫਿਰ ਕੁਝ ਡਾਕਟਰਸ ਨੇ ਸਾਡੇ ਦੋਸਤ, ਉਹ ਸਾਡੇ ਨਾਲ ਜਾਂਦੇ, ਉਹ ਫਿਰ ਮੈਡੀਕਲੀ ਦੱਸਦੇ ਕਿ ਇਹ ਮੈਡੀਕਲੀ ਸਾਡੇ ਸਰੀਰ ਦੇ ਉੱਤੇ ਇਹਨਾਂ ਦਾ ਕਿੰਨਾ ਨੁਕਸਾਨ ਹੁੰਦਾ ਹੈ। ਇਹ ਸਭ ਤੁਸੀਂ ਜਿਹੜੇ ਨਾਟਕ ਹੈ ਸਕੂਲ ਕਾਲਜਿਸ ਔਰ ਉਹਨਾਂ ਨੌਜਵਾਨਾਂ ਨੂੰ ਦੱਸਣ ਲਈ ਕਰਦੇ ਹੋ? ਜੀ, ਅਸੀਂ ਪਿੰਡਾਂ ਦੇ ਵਿੱਚ ਜਾ ਕੇ, ਸਕੂਲਸ ਦੇ ਵਿੱਚ ਜਾ ਕੇ, ਕਾਲਜਸ ਦੇ ਵਿੱਚ ਜਾ ਕੇ, ਚੌਂਕਾਂ ਦੇ ਵਿੱਚ ਜਾ ਕੇ ਅਸੀਂ ਕਰਦੇ ਹਾਂ। ਪੂਰੇ ਪੰਜਾਬ ਦੇ ਵਿੱਚ ਅਸੀਂ ਕਰਦੇ ਹਾਂ। ਤੇ ਜਿਹੜੇ ਇੰਨੇ ਤੁਸੀਂ ਸਭ ਇਹ ਅਵਾਰਡਸ ਜਾਂ ਸਰਟੀਫਿਕੇਟਸ ਨੇ, ਇਹ ਸਭ ਕਿੱਥੋਂ ਲਏ? ਜੀ, ਮੈਂ ਜਿਵੇਂ ਦੱਸਿਆ ਕਿ ਮੈਂ ਇੱਕ ਪ੍ਰੀਸਟ ਵੀ ਹਾਂ, ਪ੍ਰੀਸਟ ਔਨ ਵੀਲਸ ਕਰਕੇ ਮੈਨੂੰ ਜਾਣਿਆ ਜਾਂਦਾ ਇੰਡੀਆ ਦੇ ਵਿੱਚ ਬਾਈਕਿੰਗ ਕਮਿਊਨਿਟੀ ਦੇ ਵਿੱਚ, ਔਰ ਮੇਰੇ ਕਲੱਬ ਦਾ ਨਾਮ ਹੈ ਨੋਮੈਡਸ ਔਨ ਵੀਲਸ ਹੈ ਨਾ। ਸੋ ਅਸੀਂ ਜੋ ਤੁਸੀਂ ਸਰਟੀਫਿਕੇਟਸ ਵਗੈਰਾ ਦੇਖ ਸਕਦੇ ਹੋ, ਸਾਰੇ ਸੋਸ਼ਲ ਕਾਜ਼ਸ ਦੇ ਉੱਤੇ ਹੈਗੇ ਆ। ਅਚੀਵਮੈਂਟ ਜਿਹੜੀਆਂ ਹੈਗੀਆਂ 2018 ਦੇ ਵਿੱਚ ਇੱਕ ਲੁਧਿਆਣੇ ਸ਼ਹਿਰ ਦੇ ਵਿੱਚ ਰੈਲੀ ਕੀਤੀ, ਔਰ ਪੂਰੇ ਸ਼ਹਿਰ ਨੂੰ ਸੱਦਾ ਦਿੱਤਾ ਕਿ ਮੈਨੂੰ ਮੇਰੀ ਮੁਹਿੰਮ ਦੇ ਨਾਲ ਮੇਰੇ ਨਾਲ ਜੋੜੋ ਨਸ਼ਿਆਂ ਦੇ ਖਿਲਾਫ। ਮੈਨੂੰ ਉਮੀਦ ਨਹੀਂ ਸੀ ਕਿ ਇੰਨੇ ਸਾਰੇ ਸੈਂਕੜੋਂ ਹੀ ਲੋਕ ਉਹਦੇ ਵਿੱਚ ਆ ਜਾਣਗੇ, ਔਰ ਉਹਦੇ ਵਿੱਚ ਬਹੁਤ ਸੈਂਕੜੋਂ ਹੀ ਲੋਕੀ ਆਏ, ਔਰ ਜਿਹਦਾ ਰਿਜ਼ਲਟ ਇਹ ਨਿਕਲਿਆ ਕਿ ਸਾਡਾ ਜਿਹੜਾ ਨਾਮ ਸੀਗਾ ਲਿਮਕਾ ਬੁੱਕ ਆਫ ਰਿਕਾਰਡਸ ਦੇ ਵਿੱਚ ਦਰਜ ਹੋ ਗਿਆ। ਫਿਰ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਵੀ ਸਾਨੂੰ ਸਨਮਾਨਿਤ ਕਰ ਦਿੱਤਾ ਗਿਆ, ਔਰ ਇਸ ਪ੍ਰਕਾਰ ਵਾਜਰਾ ਬੁੱਕ ਆਫ ਵਰਲਡ ਰਿਕਾਰਡਸ ਹੈ, ਅਸਿਸਟ ਵਰਲਡ ਰਿਕਾਰਡਸ ਹੈ, ਗਲੋਬਲ ਰਿਕਾਰਡਸ ਫਾਊਂਡੇਸ਼ਨ ਇੱਕ ਰਿਕਾਰਡਸ ਹੈਗਾ। ਇੱਦਾਂ ਕਰਕੇ ਬਹੁਤ ਸਾਰੀ ਏਜੰਸੀਜ਼ ਨੇ ਸਾਨੂੰ ਕੀ ਕਹਿੰਦੇ ਸਾਡੇ ਰਿਕਾਰਡ ਨੂੰ ਆਪਣੀ ਬੁੱਕਸ ਦੇ ਵਿੱਚ
ਸ਼ਾਮਿਲ ਕੀਤਾ। ਤੁਸੀਂ ਦੱਸਿਆ ਜੀ ਕਿ ਕੁਝ ਲਦਾਖ ਵਿੱਚ ਵੀ ਤੁਹਾਨੂੰ ਜਿਹੜੇ ਆਮਿਰ ਖਾਨ ਵਾਲੇ ਸਕੂਲ ਹੈ ਉੱਥੋਂ ਵੀ ਕੁਝ ਅਵਾਰਡ ਮਿਲਿਆ ਸੀ। ਜੀ ਇੱਕ ਵਾਰੀ ਜਦ ਮੈਂ ਐਜ਼ ਏ ਟੂਰਿਸਟ, ਐਜ਼ ਏ ਮੋਟਰਸਾਈਕਲਿਸਟ, ਐਜ਼ ਏ ਟਰੈਵਲਰ ਮੈਂ ਕੀ ਕਹਿੰਦੇ ਲਦਾਖ ਦੇ ਵਿੱਚ ਜਦ ਅਸੀਂ ਮੈਂ ਵਾਪਸ ਆ ਰਿਹਾ ਸੀਗਾ ਤਾਂ ਵਾਪਸ ਆਉਂਦੇ ਵੇਲੇ ਕੀ ਕਹਿੰਦੇ ਲਦਾਖ ਤੋਂ ਕੀ ਕਹਿੰਦੇ ਜਿਹੜੇ ਇੱਕ ਕਾਰੂ ਨਾਮ ਦੀ ਇੱਕ ਜਗ੍ਹਾ ਹੈਗੀ ਆ ਉੱਥੇ, ਉਸ ਤੋਂ ਅੱਗੇ ਕੀ ਕਹਿੰਦੇ ਜੋ 3 ਇਡੀਅਟਸ ਫਿਲਮ ਬਣੀ ਸੀ ਜਿਹਦੇ ਵਿੱਚ ਸਕੂਲ ਦੇ ਵਿੱਚ ਐਪੀਸੋਡ ਦਿਖਾਇਆ ਗਿਆ ਸੀ ਆਮਿਰ ਖਾਨ ਦਾ, ਉਹ ਸਕੂਲ ਉੱਥੇ ਚੈਰਿਟੀ ਦੇ ਜਿਹੜਾ ਸਕੂਲ ਹੈ ਆਮਿਰ ਖਾਨ ਦੀ ਫਾਊਂਡੇਸ਼ਨ ਦੇ ਦੁਆਰਾ ਚਲਾਇਆ ਜਾ ਰਿਹਾ। ਤੇ ਫਿਰ ਉੱਥੇ ਦੇ ਜਦ ਮੈਂ ਪ੍ਰਿੰਸੀਪਲ ਨੂੰ, ਐਡਮਿਨਿਸਟ੍ਰੇਟਰ ਨੂੰ ਮਿਲਿਆ ਔਰ ਮੈਂ ਉਹਨੂੰ ਦੱਸਿਆ ਕਿ ਮੈਂ ਇੱਦਾਂ ਨਸ਼ਿਆਂ ਦਾ ਮੈਸੇਜ ਲੈ ਕੇ ਇੱਕ ਰਾਈਡ ਕਰ ਰਿਹਾ ਤੇ ਦੇ ਹੈਵ ਇਨਵਾਈਟਡ ਮੀ ਟੂ ਸੇ ਫਿਊ ਮੋਟੀਵੇਸ਼ਨਲ ਵਰਡਸ ਫॉर ਚਿਲਡਰਨ। ਮੈਂ ਉੱਥੇ ਥੋੜ੍ਹਾ ਜਿਹਾ ਮੋਟੀਵੇਸ਼ਨਲ ਸਪੀਚ ਦਿੱਤੀ ਤੇ ਉਹਨਾਂ ਨੇ ਮੈਨੂੰ ਕੀ ਕਹਿੰਦੇ ਐਜ਼ ਅ ਟੋਕਨ ਆਫ ਲਵ ਮੈਨੂੰ ਕੀ ਕਹਿੰਦੇ ਮੈਮੋਂਟੋਸ ਦਿੱਤਾ। ਜੀ ਤੁਸੀਂ ਪੁਲਿਸ ਨਾਲ ਵੀ, ਪੰਜਾਬ ਪੁਲਿਸ ਨਾਲ ਵੀ ਮਿਲ ਕੇ ਕੰਮ ਕਰ ਰਹੇ ਹੋ, ਉਹ ਕੀ ਕੰਮ ਕਰ ਰਹੇ ਹੋ? ਪੰਜਾਬ ਪੁਲਿਸ ਇਸ ਵੇਲੇ ਜੋ ਨੇ ਨਸ਼ਿਆਂ ਦੇ ਖਿਲਾਫ ਇੱਕ ਬਹੁਤ ਤਗੜੀ ਮੁਹਿੰਮ ਛੇੜੀ ਹੋਈ ਹੈ, ਜੋ ਗਮਰਾਹ ਹੋ ਗਏ ਯੂਥ ਨੂੰ, ਜਵਾਨਾਂ ਨੂੰ ਸਹੀ ਰਾਸਤੇ ਦੇ ਵਿੱਚ ਲੈਣ ਦੇ ਲਈ। ਤੋ ਉਹ ਇੱਕ ਸਾਂਝ ਜਿਹੜਾ ਇੱਕ ਮੁਹਿੰਮ ਚਲਾਈ ਹੈ ਤੇ ਸਾਂਝ ਦੇ ਵਿੱਚ ਮੈਨੂੰ ਐਜ਼ ਅ ਰਿਪਰੈਜ਼ੈਂਟੇਟਿਵ, ਐਜ਼ ਅ ਮੈਂਬਰ ਕੀ ਕਹਿੰਦੇ ਲਿੱਤਾ ਗਿਆ ਹੈ। ਤੋ ਮੈਂ ਕਮਿਸ਼ਨਰੇਟ ਆਫ ਜੋ ਲੁਧਿਆਣਾ ਹੈ ਉਹਨਾਂ ਦੇ ਨਾਲ ਮਿਲ ਕੇ ਜੋ ਉਹਨਾਂ ਦੇ ਅਵੇਅਰਨੈਸ ਪ੍ਰੋਗਰਾਮਸ ਹੈ, ਰੈਲੀਜ਼ ਵਗੈਰਾ ਹੈ, ਉਹਦੇ ਵਿੱਚ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹਾਂ। ਜੀ ਤੇ ਕਿਵੇਂ ਲੱਗਦਾ ਹੁਣ ਜਿਹੜੀ ਨਸ਼ਿਆਂ ਤੋਂ ਬਾਹਰ ਨਿਕਲ ਕੇ ਇਹ ਵਾਲੀ ਜਰਨੀ? ਨਸ਼ਿਆਂ ਦੇ ਵਿੱਚੋਂ ਬਾਹਰ ਨਿਕਲ ਕੇ ਜਰਨੀ ਇਸ ਪ੍ਰਕਾਰ ਹੈ ਕਿ ਸਾਨੂੰ ਨਸ਼ਿਆਂ ਦੇ ਨਾਲ ਨਹੀਂ ਪਿਆਰ ਕਰਨਾ, ਸਾਨੂੰ ਸਕਸੈਸ ਦੇ ਨਾਲ ਪਿਆਰ ਕਰਨਾ ਹੈਗਾ। ਤੋ ਜਦ ਇਹ ਜਰਨੀ ਜਿਹੜੀ ਸੀਗੀ ਮੈਨੂੰ ਲੱਗਦਾ ਨਹੀਂ ਸੀਗਾ ਕਿ ਮੈਂ ਕੁਝ ਕਰ ਪਾਊਂਗਾ, ਪਰੰਤੂ ਬਾਏ ਦਾ ਗ੍ਰੇਸ ਆਫ ਗੋਡ ਮੈਨੂੰ ਬਹੁਤ ਲੋਕਾਂ ਤੋਂ ਅੱਛਾ ਰਿਸਪੌਂਸ ਮਿਲਿਆ। ਮੈਨੂੰ ਲੱਗਿਆ ਸੀਗਾ ਲੋਕੀ ਮੇਰੇ ਤੋਂ ਨਫ਼ਰਤ ਕਰਨਗੇ, ਬਟ ਲੋਕਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ। ਔਰ ਮੈਂ ਦੱਸਣਾ ਚਾਹੁੰਦਾ ਹੈ ਕਿ ਦੋ ਵਾਰੀ ਅੱਜ ਤੱਕ ਕਦੀ ਵੀ ਨਹੀਂ ਹੋਇਆ ਮੋਟਰਸਾਈਕਲਿੰਗ ਕਮਿਊਨਿਟੀ ਆਫ ਇੰਡੀਆ ਦੇ ਵਿੱਚ ਮੈਨੂੰ 2 ਵਾਰੀ ਮੈਂ ਹੀ ਇੱਕ ਇਕਲੌਤਾ ਬਾਈਕਰ ਹਾਂ ਜਿਹਨੂੰ ਰੋਡ ਸਟਾਰ ਆਫ ਇੰਡੀਆ ਦਾ ਟਾਈਟਲ ਦਿੱਤਾ ਗਿਆ। ਔਰ ਉਸ ਤੋਂ ਇਲਾਵਾ ਵੀ ਜੋ ਸਾਡੇ ਮੌਜੂਦਾ ਗਵਰਨਰ ਆਫ ਪੰਜਾਬ ਨੇ ਬਨਵਾਰੀ ਲਾਲ ਪੁਰੋਹਿਤ ਜੀ, ਉਹਨਾਂ ਨੇ ਵੀ ਮੈਨੂੰ ਕੀ ਕਹਿੰਦੇ ਐਪਰੀਸੀਏਸ਼ਨ ਦਾ ਲੈਟਰ ਭੇਜ ਕੇ ਮੈਨੂੰ ਕੀ ਕਹਿੰਦੇ ਸਨਮਾਨਿਤ ਕੀਤਾ ਔਰ ਪੰਜਾਬ ਸਰਕਾਰ ਨੇ ਵੀ ਸਨਮਾਨ ਪੱਤਰ ਦੇ ਨਾਲ ਮੈਨੂੰ ਕੀਤਾ। ਤੋ ਮੈਂ ਕਹਿ ਸਕਦਾ ਕਿ ਨਸ਼ਾ ਤੋਂ ਆਉਣ ਤੋਂ ਬਾਅਦ ਜਿਹੜੀ ਇਹ ਜ਼ਿੰਦਗੀ ਹੈ ਬਹੁਤ ਅੱਛੀ ਹੈ। ਵੀ ਹੈਵ ਟੂ ਲਵ ਲਾਈਫ ਐਂਡ ਹੇਟ ਡਰੱਗਸ। ਕੋਈ ਵੀ ਚੀਜ਼ ਛੱਡਣ ਲਈ ਤੁਹਾਨੂੰ ਕੋਈ ਮੋਟਿਵ ਲੈਣਾ ਪਏਗਾ, ਜਿਵੇਂ ਤੁਸੀਂ ਇੱਕ ਇਸ ਮੁਹਿੰਮ ਨਾਲ ਜੁੜੇ। ਕਹਿੰਦੇ ਖਾਲੀ ਘਰ ਸ਼ੈਤਾਨ ਕਾ, तो ਇਹਦੇ ਵਿੱਚ ਅਗਰ ਖਾਲੀ ਘਰ ਹੈਗਾ ਸ਼ੈਤਾਨ का तो मीन्स कुछ ना कुछ अपने आप ਨੂੰ वी हैव टू मेक आवर सेल्फ बिजी। तो अगर ਆਪਾਂ ਬਿਜ਼ੀ ਆਪਣੇ ਆਪ ਨੂੰ ਰੱਖਾਂਗੇ ਤਾਂ ਮੇਰੇ ਸਾਹਮਣੇ ਜੋ ਮੇਰਾ ਮੰਨਣਾ ਅਸੀਂ ਭਟਕਾਂਗੇ ਨਹੀਂ। ਜੀ ਤਾਂ ਜਿਵੇਂ ਹੁਣ ਇੱਥੇ ਨੌਜਵਾਨ ਪੀੜ੍ਹੀ ਬਹੁਤ ਇਸ ਦਲਦਲ ਵਿੱਚ ਜਕੜੀ ਹੋਈ ਹੈ ਤੇ ਪੇਰੈਂਟਸ ਇਹ ਛੁਪਾਉਂਦੇ ਥੋੜਾ ਰਹਿ ਜਾਂਦੇ ਨੇ ਕਿ ਅਸੀਂ ਥੋੜਾ ਜਿਹਾ ਨੂੰ ਲੁਕੋ ਕੇ ਰੱਖੀਏ। ਕਿੰਨਾ ਕੁ ਲੋੜ ਹੈ, ਕਿਉਂਕਿ ਇਹ ਵੀ ਇੱਕ ਬਿਮਾਰੀ ਹੈ ਜੀ। ਇਹਦੇ ਵਿੱਚ ਇਹ ਇੱਕ ਆ ਵੀ ਫੈਕਟਰ ਹੈ ਕਿ ਕਈ ਮਾਤਾ ਪਿਤਾ ਨੂੰ ਪਤਾ ਹੁੰਦਾ ਕਿ ਸਾਡੇ ਬੱਚੇ ਡਰੱਗਸ ਲੈਂਦੇ ਨੇ, ਪਰ ਉਹ ਕੀ ਕਹਿੰਦੇ ਇਸ ਚੀਜ਼ ਨੂੰ ਗ੍ਰਹਿਣ ਨਹੀਂ ਕਰਦੇ, ਪਬਲਿਕਲੀ ਲੈ ਕੇ ਨਹੀਂ ਆਉਂਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਹਦੇ ਵਿੱਚੋਂ ਕੱਢਣਾ ਹੈ। ਤੇ ਮੈਂ ਵੀ ਇਸ ਪ੍ਰਕਾਰ ਨੂੰ ਮੈਂ ਵੀ ਐਨਕਾਊਂਟਰ ਕੀਤਾ ਕਿ ਕਈ ਮਾਂ-ਬਾਪ ਇਸ ਚੀਜ਼ ਨੂੰ ਛੁਪਾਉਂਦੇ ਨੇ ਲੋਕਾਂ ਤੋਂ, ਪਰੰਤੂ ਇਹ ਛੁਪਾਉਣ ਵਾਲੀ ਚੀਜ਼ ਨਹੀਂ ਹੈ ਇਸ ਤੋਂ, ਬਲਕਿ ਵੀ ਹੈਵ ਟੂ ਸ਼ੇਅਰ ਵਿਦ ਪੀਪਲ। ਸਾਨੂੰ ਲੋਕਾਂ ਦੇ ਨਾਲ ਜਾਂ ਡਾਕਟਰਸ ਦੇ ਨਾਲ ਜਾਂ ਕਿਸੇ ਵੀ ਕਾਉਂਸਲਰ ਦੇ ਨਾਲ ਪਰਾਮਰਸ਼ ਕਰਨ ਦੀ ਜ਼ਰੂਰਤ ਹੈ। ਜਿਵੇਂ ਤੁਸੀਂ ਪਿੱਛੇ ਰੀਹੈਬ ਦੀ ਵੀ ਗੱਲ ਕਰ ਰਹੇ ਸੀ ਤੇ ਪੰਜਾਬ ਵਿੱਚ ਤਾਂ ਬਹੁਤ ਜਗ੍ਹਾ ਰੀਹੈਬ ਖੁੱਲ੍ਹੇ ਨੇ, ਕੀ ਉਹਨਾਂ ਦਾ ਸਟੇਟਸ ਹੁੰਦਾ ਹੈ ਕਿ ਉੱਥੋਂ ਦੀ ਕੁਝ ਨਸ਼ਾ ਛੋੜ ਸਕਦੇ ਆ? ਬਹੁਤ ਸਾਰੇ ਰੀਹੈਬਿਲਿਟੇਸ਼ਨ ਸੈਂਟਰਸ ਪੰਜਾਬ ਦੇ ਵਿੱਚ ਕਰ ਰਹੇ ਨੇ ਔਰ ਮੈਂ ਕਈਆਂ ਨੂੰ ਪਰਸਨਲੀ ਜਾਣਦਾ ਵੀ ਹਾਂ ਔਰ ਬਹੁਤ ਅੱਛਾ ਕੰਮ ਕਰ ਰਹੇ ਨੇ, ਸਰਕਾਰ ਦੇ ਨਾਲ ਮਿਲ ਕੇ ਬਹੁਤ ਅੱਛਾ ਕੰਮ ਕਰ ਰਹੇ ਨੇ, ਲੋਕੀ ਨਸ਼ੇ ਛੱਡ ਰਹੇ ਨੇ ਜੀ। ਤੁਹਾਡੀ ਲਾਈਫ ਤੋਂ ਕਿੰਨੇ ਜਣੇ ਪ੍ਰੇਰਿਤ ਹੋ ਕੇ ਛੱਡਿਆ ਨਸ਼ਾ? ਮੈਂ ਗੱਲ ਕਰਨਾ ਚਾਹੁੰਦਾ ਕਿ ਜੋ ਮੈਂ ਵੀ ਦੇਖਦਾ ਆ ਰਿਹਾ ਕਿ ਬੋਲਡਲੀ ਕਿ ਮੈਂ ਨਸ਼ੇ ਕਰਦਾ ਸੀ ਔਰ ਨਸ਼ੇ ਮੈਂ ਛੱਡਤਾ, ਮੈਂ ਅੱਜ ਤੱਕ ਕਿਸੇ ਨੂੰ ਐਨਕਾਊਂਟਰ ਹੀ ਨਹੀਂ ਕੀਤਾ। ਮੈਂ ਬੋਲਡਲੀ ਕਹਿਣਾ ਕਿ ਮੈਂ ਤਾਂ ਇੱਕ ਨਸ਼ੇੜੀ ਸੀਗਾ, ਮੈਂ ਤਾਂ ਇੱਕ ਨਸ਼ੇੜੀ ਸੀਗਾ ਤੇ ਮੈਂ ਇਸ ਪ੍ਰਕਾਰ ਦਾ ਕਦੀ ਐਨਕਾਊਂਟਰ ਨਹੀਂ ਕੀਤਾ ਕਿ ਕੋਈ ਕਹਿ ਰਿਹਾ ਸੀਗਾ ਕਿ ਮੈਂ ਨਸ਼ੇ ਕਰਦਾ ਸੀ ਔਰ ਮੈਂ ਛੱਡ ਦਿੱਤਾ ਸੀਗਾ। ਪਰੰਤੂ ਮੇਰਾ ਇਹ ਮੰਨਣਾ ਹੈ ਔਰ ਮੈਂ ਜਾਣਦਾ ਮੇਰੇ ਕੁਝ ਫਰੈਂਡ ਸਰਕਲਸ ਦੇ ਵਿੱਚ ਵੀ ਮੇਰੀ ਲਾਈਫ ਤੋਂ ਮੋਟੀਵੇਟ ਹੋ ਕੇ ਕਈ ਲੋਕਾਂ ਨੇ ਨਸ਼ਿਆਂ ਦੇ ਵਿੱਚੋਂ ਬਾਹਰ ਆਏ।
ਜੀ। ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਕਿਉਂਕਿ ਤੁਸੀਂ ਇੱਕ ਉਹ ਕਰ ਦਿਖਾਇਆ ਜਿਹੜੇ ਆਮ ਇਨਸਾਨ ਲਈ ਕਰਨਾ ਇੱਕ ਬਹੁਤ ਅਸੰਭਵ ਤਾਂ ਨਹੀਂ, ਮਤਲਬ ਮੁਮਕਿਨ ਤਾਂ ਹੈ, ਬਟ ਕੀ ਪ੍ਰੇਰਨਾ ਦੇਣਾ ਚਾਹੁੰਦੇ ਹੋ ਤੁਸੀਂ? ਮੈਂ ਸਾਰੇ ਜਵਾਨਾਂ ਨੂੰ ਯੁਵਾ ਪੀੜ੍ਹੀ ਨੂੰ ਮੈਂ ਸੰਦੇਸ਼ ਦੇਣਾ ਚਾਹੁੰਦਾ ਕਿ ਲੋਕੀ ਸੋਚਦੇ ਕਿ ਨਸ਼ਿਆਂ ਦੇ ਵਿੱਚੋਂ ਅਸੀਂ ਬਾਹਰ ਨਹੀਂ ਆ ਸਕਦੇ, ਇਟ ਇਜ਼ ਇੰਪੋਸੀਬਲ, ਬਟ ਮੈਂ ਕਹਿਣਾ ਚਾਹੁੰਦਾ ਐਵਰੀਥਿੰਗ ਇਜ਼ ਪੋਸੀਬਲ। ਔਰ ਜਿਸ ਪ੍ਰਕਾਰ ਇਹ ਕਹਾਵਤ ਹੈ, ਕਹਿੰਦਾ ਰੱਬ ਵੀ ਉਹਨਾਂ ਦੀ ਮਦਦ ਕਰਦਾ ਜੋ ਆਪਣੀ ਮਦਦ ਕਰਦੇ ਨੇ। ਤੁਸੀਂ ਅਗਰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਿਲ ਪਾਵਰ ਦੇ ਨਾਲ ਇੱਕ ਅਗਰ ਤੁਸੀਂ ਨਿਰਣੇ ਲੈ ਲਓਗੇ ਕਿ ਮੈਂ ਇਹਦੇ ਵਿੱਚੋਂ ਨਿਕਲਣਾ ਹੈ ਬਾਹਰ, ਤਾਂ ਤੁਹਾਨੂੰ ਕੋਈ ਵੀ ਚੀਜ਼ ਰੋਕ ਨਹੀਂ ਸਕਦੀ। ਤੋ ਇੱਕ ਹੋਰ ਚੀਜ਼ ਮੈਂ ਕਹਿਣਾ ਚਾਹੁੰਦਾ, ਇੱਕ ਜਿਹੜਾ ਹੈਗਾ ਇਹ ਬਿਮਾਰੀ ਹੈ, ਨਸ਼ਾ ਇੱਕ ਬਿਮਾਰੀ ਹੈ। ਕੋਈ ਵੀ ਬਿਮਾਰੀ ਹੈਗੀ ਉਹ ਅੱਛੀ ਨਹੀਂ ਹੁੰਦੀ, ਉਹ ਇਟ ਵਿਲ ਹੈਵ ਫੈਟਲ ਆਊਟਕਮਸ ਹਨ, ਉਹਦੇ ਘਾਤਕ ਪਰਿਣਾਮ ਹੋ ਸਕਦੇ। ਅਤੇ ਇਹ ਨਸ਼ਾ ਜਿਹਨੂੰ ਅਸੀਂ ਇੱਕ ਬੜੀ ਫੇਮਸ ਅਸੀਂ ਬਾਰ-ਬਾਰ ਯੂਜ਼ ਕਰਦੇ ਹਾਂ ਕਿ ਇੱਕ ਕੋਡ ਹੈ ਨਾ, ਇਟ ਇਜ਼ ਹੈ ਨਾ। ਤੋ ਇਹ ਤੋਂ ਅਸੀਂ ਦੂਰ ਰਹੀਏ। ਇਹ ਨਸ਼ੇ ਦੇ ਨਾਲ ਸਾਨੂੰ ਪਿਆਰ ਨਹੀਂ ਕਰਨਾ ਹੈ, ਜ਼ਿੰਦਗੀ ਦੇ ਨਾਲ ਸਾਨੂੰ ਪਿਆਰ ਕਰਨਾ ਹੈ। ਜੀ ਬਿਲਕੁਲ, ਨਸ਼ੇ ਦੇ ਨਾਲ ਪਿਆਰ ਨਹੀਂ ਕਰਨਾ, ਜ਼ਿੰਦਗੀ ਦੇ ਨਾਲ ਪਿਆਰ ਕਰਨਾ ਹੈ। ਅਤੇ ਜਿੱਦਾਂ ਰਾਜਦੀਪ ਜੀ ਨੇ ਕਿਹਾ ਕਿ ਐਵਰੀਥਿੰਗ ਇਜ਼ ਪੋਸੀਬਲ। ਜੇ ਸਾਡੀ ਵਿਲ ਪਾਵਰ ਸਟਰੋਂਗ ਹੈ ਤਾਂ ਅਸੀਂ ਹਰ ਮੰਜ਼ਿਲ ਹਾਸਿਲ ਕਰ ਸਕਦੇ ਹਾਂ। ਸਾਡੀ ਵਿਲ ਪਾਵਰ ਸਟਰੋਂਗ ਹੈ ਤਾਂ ਅਸੀਂ ਨਸ਼ੇ ਨੂੰ ਵੀ ਮਾਤ ਦੇ ਸਕਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਨੌਜਵਾਨ ਪੀੜ੍ਹੀ ਰਾਜਦੀਪ ਜੀ ਦੀ ਇਹ ਸਕਸੈਸ ਸਟੋਰੀ ਤੋਂ ਜ਼ਰੂਰ ਪ੍ਰੇਰਨਾ ਲਏਗੀ ਔਰ ਇਸ ਦਲਦਲ ਤੋਂ ਜ਼ਰੂਰ ਬਾਹਰ ਆਏਗੀ। ਧੰਨਵਾਦ।